ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ।
ਜਿਹ ਸਿਮਰਤ ਗਨਕਾਸੀ ਉਦਰੀ, ਤਾਕੂ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾਸੀ ਉਦਰੀ, ਤਾਕੂ ਜਸ ਉਰ ਧਾਰੋ। ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾ ਲੋ ਬਰਨਉ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਹੋਏ ਹਨ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਵੱਖੋ ਵੱਖ ਨਗਰਾਂ ਦੇ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਸੋਰਠ ਰਾਗ ਦੇ ਅੰਦਰ 9ਵੇਂ ਪਾਤਸ਼ਾਹ
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। 2 ਦਿਨ ਪਹਿਲਾਂ ਸਮਾਗਮ ਹੋਏ ਸਨ। ਉਸ ਤੋਂ ਬਾਅਦ ਜਿਵੇਂ ਪਰਮੇਸ਼ਰ ਦਾ ਹੁਕਮ ਹੋਇਆ, ਅੱਜ ਫਿਰ ਤੋਂ ਅੱਗੇ ਕਥਾ ਦੇ ਪ੍ਰੋਗਰਾਮ ਆਰੰਭ ਹੁੰਦੇ ਹਨ। ਸੋਰਠ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 12 ਸ਼ਬਦ ਉਚਾਰਨ ਕੀਤੇ ਹੋਏ ਹਨ, ਜਿਸ ਦੇ ਵਿੱਚੋਂ 3 ਸ਼ਬਦ ਜਿਹੜੇ ਹਨ ਉਹਨਾਂ ਦੀ ਵਿਆਖਿਆ ਹੋ ਚੁੱਕੀ ਹੈ। ਅੱਗੇ ਅੱਜ ਚੌਥੇ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਾਣੀ 10ਵੇਂ ਸਰੂਪ ਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਜਦੋਂ ਕੰਠੋਂ ਬਾਣੀ ਉਚਾਰਨ ਕੀਤੀ, ਉਸ ਸਮੇਂ ਸਤਿਗੁਰਾਂ ਦੀ ਸੰਪੂਰਨ ਸ਼ਬਦ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਬੀੜ ਦੇ ਅੰਦਰ ਸੁਭਾਏਮਾਨ ਕੀਤੇ, ਬਾਣੀ ਦਰਜ ਕੀਤੀ। ਅਤੇ ਜਿੱਥੇ ਪਹਿਲਾਂ 30 ਰਾਗ ਸਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉੱਥੇ ਜੈਜਾਵੰਤੀ ਰਾਗ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਉਸ ਨੂੰ ਦਰਜ ਕਰਕੇ 31 ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤੇ। ਇਸੇ ਪ੍ਰਕਾਰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਪਾਵਨ ਪਵਿੱਤਰ ਸ਼ਬਦ ਹਨ, ਇਹ ਸਤਿਗੁਰਾਂ ਨੇ ਜਦੋਂ ਆਪ ਜੀ ਜਿਸ ਸਮੇਂ ਤੀਰਥਾਂ ਦਾ ਬਹਾਨਾ ਕਰਕੇ ਤੀਰਥਾਂ 'ਤੇ ਲੋਕਾਂ ਨੂੰ ਉਪਦੇਸ਼, ਸੰਗਤਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਮਾਰਗ ਦ੍ਰਿੜ ਕਰਾਉਣ ਵਾਸਤੇ ਗਏ ਸਨ, ਪੂਰਬ ਦੇ ਇਲਾਕੇ ਵੱਲ ਤੀਰਥ ਉਦਮ ਸਤਿਗੁਰ ਕੀਆ ਸਭ ਲੋਗ ਉਦਰਨ ਅਰਥਾ। ਸਤਿਗੁਰੂ ਜੀ ਤੀਰਥਾਂ 'ਤੇ ਗਏ। ਉੱਥੇ ਜੋ ਕਿਉਂਕਿ ਤੀਰਥਾਂ ਦੇ ਉੱਤੇ ਸੰਗਤਾਂ ਦੇ ਇਕੱਠ ਬਹੁਤ ਜੁੜਦੇ ਸਨ, ਅਤੇ ਸਤਿਗੁਰੂ ਜੀ ਉਹਨਾਂ ਇਕੱਠਾਂ ਦੇ ਵਿੱਚ ਜਾ ਕੇ ਅਸਲੀ ਜੋ ਧਰਮ ਦਾ ਮਾਰਗ ਹੈ, ਪ੍ਰਭੂ ਦੀ ਪ੍ਰੇਮਾ ਭਗਤੀ, ਉਸ ਦਾ ਉਪਦੇਸ਼ ਕਰਦੇ। ਜਿਸ ਸਮੇਂ ਆਪ ਜੀ ਪੂਰਬ ਦੇ ਇਲਾਕੇ ਵੱਲ ਇਲਾਹਾਬਾਦ ਦੀ ਧਰਤੀ 'ਤੇ ਪ੍ਰਯਾਗਰਾਜ ਤੀਰਥ ਹੈ, ਜੋ ਕਿ ਹਿੰਦੂ ਮੱਤ ਦੇ ਅੰਦਰ ਬੜਾ ਪ੍ਰਸਿੱਧ ਤੀਰਥ ਹੈ, ਜਿੱਥੇ 3 ਨਦੀਆਂ ਜੁੜਦੀਆਂ, ਜਿਸ ਨੂੰ ਤ੍ਰਿਵੈਣੀ ਆਖਿਆ ਜਾਂਦਾ। ਗੰਗਾ, ਇਸੇ ਪ੍ਰਕਾਰ ਜਮਨਾ ਅਤੇ ਸਰਸਵਤੀ। ਉਸ ਅਸਥਾਨ ਦੇ ਉੱਤੇ ਬੜੇ ਵੱਡੇ ਜਿਹੜੇ ਪੰਡਤ, ਵਿਦਵਾਨ, ਖਟ ਸ਼ਾਸਤਰੀ, ਜਿਨ੍ਹਾਂ ਨੇ ਬੜੀ ਵਿੱਦਿਆ ਪੜ੍ਹੀ ਹੋਈ ਸੀ, ਐਸੇ ਜੋ ਮਹਾਨ ਵਿਦਵਾਨ ਸਨ, ਉਹ ਪਹੁੰਚਦੇ ਸਨ। ਅਤੇ ਸਤਿਗੁਰੂ ਜੀ ਉਹਨਾਂ ਦੇ ਫਿਰ ਉਹ ਬੇਨਤੀ ਕਰਕੇ ਜਿਹੜੇ ਸਵਾਲ ਕਰਦੇ, ਸਤਿਗੁਰੂ ਜੀ ਉਹਨਾਂ ਦੇ ਜਵਾਬ ਦਿੰਦੇ। ਪਰਮੇਸ਼ਰ ਦੀ ਭਗਤੀ ਦੀਆਂ ਵਿਚਾਰਾਂ ਹੁੰਦੀਆਂ। ਉੱਥੇ ਸਤਿਗੁਰਾਂ ਨੇ ਇਹ ਜੋ ਸ਼ਬਦ ਹਨ, ਇਹ ਉਚਾਰਨ ਕੀਤੇ ਹਨ। ਸੋ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਬਿਆਨ ਕਰਦੇ ਹਨ। ਸਤਿਗੁਰੂ ਜੀ ਬਚਨ ਕਰਦੇ ਹਨ ਰਹਾਉ ਦੀਆਂ ਪੰਕਤੀਆਂ ਦੇ ਅੰਦਰ, ਮਨ ਨੂੰ ਸੰਬੋਧਨ ਕਰਕੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਸਤਿਗੁਰੂ ਜੀ ਕਹਿੰਦੇ, ਹੇ ਮਨਾ, ਤੂੰ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਸ਼ਰਨ ਦੀ ਵਿਚਾਰ ਕਰ। ਉਹਦੀ ਸ਼ਰਨ ਦੀ ਕੀ ਵਿਚਾਰ ਕਰਨੀ ਹੈ ਕਿ ਉਹਦੀ ਸ਼ਰਨ ਦੇ ਵਿੱਚ ਜੇ ਆਪਾਂ ਪੈ ਜਾਈਏ, ਜੇ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲਈਏ, ਤੇ ਫਿਰ
ਕੀ ਪ੍ਰਾਪਤੀਆਂ ਹੋ ਜਾਂਦੀਆਂ। ਫਿਰ ਸਤਿਗੁਰਾਂ ਨੇ ਅੱਗੇ ਉਦਾਹਰਨਾਂ ਦਿੱਤੀਆਂ, ਜਿਹੜੇ ਕੋਈ ਪਹਿਲਾਂ ਭਗਤ ਰਿਸ਼ੀ ਹੋ ਚੁੱਕੇ ਹੈ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਅਤੇ ਉਹਨਾਂ ਨੂੰ ਕੀ ਪ੍ਰਾਪਤੀਆਂ ਹੋ ਗਈਆਂ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ। ਇੱਕ ਗਨਕਾ ਦੀ ਉਦਾਹਰਨ ਦਿੱਤੀ ਹੈ। ਗਨਕਾ ਵੇਸਵਾ ਨੂੰ ਕਹਿੰਦੇ ਆ ਕਿ ਕਿਵੇਂ ਉਹਨੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਕਿੱਥੇ ਉਹਦੇ ਕਰਮ, ਕਿੱਥੇ ਉਹਦਾ ਉਹ ਜੀਵਨ ਅਤੇ ਕਿੱਥੇ ਉਹ ਪ੍ਰਭੂ ਪਰਮੇਸ਼ਰ ਦੀ ਭਗਤੀ 'ਚ ਲੀਨ ਹੋ ਗਈ। ਇਸੇ ਪ੍ਰਕਾਰ ਫਿਰ ਛੋਟੀ ਉਮਰ ਦਾ ਬਾਲਕ ਇੱਕ ਧਰੂ, ਕਿਵੇਂ ਉਹਨੇ ਭਗਤੀ ਕੀਤੀ। ਇਸੇ ਪ੍ਰਕਾਰ ਹੀ ਫਿਰ ਇੱਕ ਹਾਥੀ ਦੀ ਉਦਾਹਰਨ ਦਿੱਤੀ ਕਿ ਉਹ ਕਿਵੇਂ ਅੰਤਲੇ ਸਮੇਂ ਜਦੋਂ ਦੁੱਖ ਦਾ ਸਮਾਂ ਆਇਆ, ਉਹਨੇ ਕਿਵੇਂ ਆਪਣੀ ਨਾਲੇ 'ਤੇ ਜਾਨ ਬਚਾਈ ਅਤੇ ਨਾਲੇ ਉਹ ਪ੍ਰਭੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ। ਇਸੇ ਪ੍ਰਕਾਰ ਫਿਰ ਅਜਾਮਲ ਪੰਡਤ ਦਾ ਜ਼ਿਕਰ ਕੀਤਾ। ਬੜਾ ਪੜ੍ਹਿਆ ਲਿਖਿਆ ਪੰਡਤ ਸੀ, ਵਿਦਵਾਨ ਸੀ, ਪਰ ਉਸ ਨੂੰ ਪਾਪੀ ਕਿਹਾ। ਲੋਕਾਂ ਨੇ ਪਾਪੀ ਕਹਿ ਕੇ ਸੰਬੋਧਨ ਕੀਤਾ, ਕਿਉਂਕਿ ਕਰਮ ਐਸੇ ਉਹਨੇ ਕੀਤੇ। ਪਰ ਉਹ ਵੀ ਸਤਿਗੁਰੂ ਜੀ ਕਹਿੰਦੇ ਉਹ ਵੀ ਤਰ ਗਿਆ ਸੰਸਾਰ ਦੇ ਵਿੱਚੋਂ। ਸਤਿਗੁਰਾਂ ਨੇ ਇਹਨਾਂ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਹਨਾਂ ਉਦਾਹਰਨਾਂ ਦੁਆਰਾ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਸੋ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਦੇ ਯਤਨ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਸੋਰਠ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ। ਉੱਤਮ ਵਕਤੇ ਦੁਆਰਾ ਉਪਦੇਸ਼ ਦੇਣ ਵਾਲਾ ਜਿਹੜਾ ਹੁੰਦਾ ਉਹ ਵਕਤਾ ਹੁੰਦਾ। 3 ਪ੍ਰਕਾਰ ਦੇ ਵਕਤਿਆਂ ਦਾ ਜ਼ਿਕਰ ਆਉਂਦਾ ਹੈ। ਇੱਕ ਉੱਤਮ ਵਕਤੇ ਹੁੰਦੇ ਹੈ, ਇੱਕ ਮੱਧਮ ਵਕਤੇ ਹੁੰਦੇ ਹੈ, ਇੱਕ ਕਨਿਸ਼ਟ ਵਕਤੇ ਹੁੰਦੇ ਹੈ। ਇੱਕ ਤੇ ਦੂਸਰਿਆਂ ਨੂੰ ਸੰਬੋਧਨ ਕਰੀ ਜਾਣਾ, ਕੇਵਲ ਤੇ ਕੇਵਲ ਦੂਸਰੇ ਨੂੰ ਹੀ ਸੰਬੋਧਨ ਕਰਨਾ, ਉਸ ਨੂੰ ਮੱਧਮ ਵਕਤਾ ਆਖਿਆ ਜਾਂਦਾ ਹੈ। ਇੱਕ ਹੁੰਦਾ ਕਿਸੇ ਨੂੰ ਤਾੜਨਾ ਦੇ ਕੇ ਸਖਤੀ ਦੇ ਨਾਲ ਉਪਦੇਸ਼ ਕਰਨਾ, ਉਹ ਕਨਿਸ਼ਟ ਵਕਤਾ ਹੁੰਦਾ। ਇੱਕ ਉੱਤਮ ਵਕਤਾ ਜਿਹੜਾ ਹੁੰਦਾ ਉਹ ਗੱਲ ਆਪਣੇ ਰਾਹੀਂ ਕਰਦਾ, ਉਪਦੇਸ਼ ਜਿਹੜਾ ਉਹ ਸਭ ਨੂੰ ਸਾਂਝਾ ਹੋ ਜਾਂਦਾ। ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ ਕਿ ਪ੍ਰੇਮ ਦੇ ਨਾਲ ਅਗਲੇ ਨੂੰ ਗੱਲ ਕਹਿ ਵੀ ਜਾਣੀ, ਸਮਝਾ ਵੀ ਜਾਣੀ ਅਤੇ ਉਹਨੇ ਉਹਦਾ ਗੁੱਸਾ ਵੀ ਨਾ ਕਰਨਾ, ਮਹਿਸੂਸ ਵੀ ਨਾ ਹੋਣ ਦੇਣਾ। ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਅਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਉੱਤਮ ਵਕਤੇ ਦੁਆਰਾ ਹੀ ਉਚਾਰਨ ਹੋਈ ਹੈ। ਕਿਤੇ ਕਿਤੇ ਸਤਿਗੁਰਾਂ ਨੇ ਜਾ ਕੇ ਤਾੜਨਾ ਵੀ ਕੀਤੀ ਹੈ। ਉਹ ਤਾੜਨਾ ਮਾੜੇ ਪਾਸਿਓਂ ਰੋਕਣ ਵਾਸਤੇ, ਅਵਗੁਣਾਂ ਵੱਲੋਂ ਮੋੜਨ ਵਾਸਤੇ, ਵਿਕਾਰਾਂ ਵੱਲੋਂ, ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਰੋਕਦਾ ਤਾੜਨਾ ਦੇ ਨਾਲ, ਪ੍ਰੇਮ ਦੇ ਨਾਲ, ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਐਸੇ ਵੀ ਬਚਨ ਉਚਾਰਨ ਕੀਤੇ, ਤਾੜਨਾ ਵੀ ਕੀਤੀ ਹੈ। ਸੋ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉੱਤਮ ਵਕਤੇ ਦੁਆਰਾ ਆਪਣੇ ਮਨ ਨੂੰ ਸੰਬੋਧਨ ਕਰਕੇ, ਮਨ ਰੇ, ਸਤਿਗੁਰੂ ਜੀ ਕਹਿੰਦੇ ਹੇ ਮਨਾ। ਹੁਣ ਮਨ ਜਿਹੜਾ ਉਹ ਹਰੇਕ ਦੇ ਅੰਦਰ ਹੀ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਕਿਸੇ ਧਰਮ ਦਾ ਵੀ ਹੈ। ਮਨੁੱਖ ਹੈ ਅਤੇ ਉਹਦੇ ਅੰਦਰ ਮਨ ਹੈ। ਅਤੇ ਮਨ ਨੂੰ ਸਤਿਗੁਰੂ ਜੀ ਸੰਬੋਧਨ ਕਰਦੇ ਹੈ ਕਿ ਮਨ ਨੂੰ ਸਿੱਖਿਆ ਦੇਣੀ ਹੈ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਸਤਿਗੁਰੂ ਜੀ ਕਹਿੰਦੇ ਹੇ ਮਨਾ, ਤੂੰ ਪ੍ਰਭੂ ਪਰਮੇਸ਼ਰ ਦੀ ਸ਼ਰਨ ਜਿਹੜੀ ਹੈ ਉਹਦੀ ਵਿਚਾਰ ਕਰ ਕਿ ਉਹ ਪਰਮਾਤਮਾ ਦੀ ਸ਼ਰਨ ਕੀ ਹੁੰਦੀ ਹੈ, ਆਸਰਾ ਲੈਣਾ।
ਕਿਉਂਕਿ ਮਨ ਜਿਹੜਾ ਸਾਡਾ ਇਹ ਆਸਰੇ ਤੋਂ ਬਿਨਾਂ ਨਹੀਂ ਰਹਿੰਦਾ, ਇਹਨੂੰ ਹਰ ਸਮੇਂ ਕੋਈ ਨਾ ਕੋਈ ਆਸਰਾ ਚਾਹੀਦਾ ਹੈ। ਜਿੱਥੇ ਇਹਨੂੰ ਪ੍ਰਭੂ ਪਰਮੇਸ਼ਰ ਦਾ ਆਸਰਾ ਮਿਲ ਜਾਂਦਾ, ਨਾਮ ਦਾ ਆਸਰਾ, ਬਾਣੀ ਦਾ ਆਸਰਾ ਮਿਲ ਜਾਏ, ਫਿਰ ਇਹੀ ਮਨ ਜਿਹੜਾ ਉਹ ਪ੍ਰਭੂ ਵੱਲ ਜੁੜ ਜਾਂਦਾ। ਅਤੇ ਜੇ ਇਹ ਸੰਗਤ ਦੇ ਵਿੱਚੋਂ ਕੰਨੀ ਕਤਰਾਉਂਦਾ, ਸੰਗਤ ਨਹੀਂ ਕਰਦਾ, ਫਿਰ ਇਹ ਮਨ ਜਿਹੜਾ, ਫਿਰ ਇਹਦੇ ਆਸਰੇ ਜਿਹੜੇ ਹੈ ਉਹ ਹੋਰ ਤਰ੍ਹਾਂ ਦੇ ਹੈ, ਫਿਰ ਵਿਕਾਰੀ ਔਗਣਾਂ ਵਾਲੇ ਉਹ ਆਸਰੇ ਬਣ ਜਾਂਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਇਹ ਨਿਰ ਆਸਰਾ ਨਹੀਂ ਹੁੰਦਾ, ਹਰ ਸਮੇਂ ਹੀ ਆਸਰਾ ਇਹਦਾ ਬਣਿਆ ਹੀ ਰਹਿੰਦਾ। ਪਰ ਸਿੱਖ ਦਾ ਜਿਹੜਾ ਜੀਵਨ ਹੈ, ਸਿੱਖ ਦੀ ਜਿਹੜੀ ਘਾਲਣਾ ਅਤੇ ਕਮਾਈ ਹੈ, ਉਹ ਅਖੀਰਲੇ ਸਾਹ ਤੱਕ ਇਹੀ ਹੁੰਦੀ ਹੈ ਕਿ ਜਿਹੜਾ ਸਾਡਾ ਮਨ ਹੈ ਇਹ ਬਾਣੀ ਆਸਰੇ ਰਵੇ, ਇਹ ਗੁਰੂ ਆਸਰੇ ਰਵੇ, ਇਹ ਪ੍ਰਮਾਤਮਾ ਦੇ ਆਸਰੇ ਰਵੇ। ਇਹ ਮਨ ਦੇ ਅੰਦਰ ਗੁਰੂ ਤੋਂ, ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਆਸਰਾ ਜਿਹੜਾ ਨਾ ਆਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਮਨਾ ਤੂੰ ਪ੍ਰਭੂ ਪਰਮੇਸ਼ਰ ਦੀ ਸ਼ਰਨ ਜਿਹੜੀ ਹੈ ਉਸ ਨੂੰ ਗ੍ਰਹਿਣ ਕਰਕੇ, ਉਹਦਾ ਆਸਰਾ ਲੈ ਕੇ ਅਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਜਿਹੜੀ ਹੈ ਉਹ ਤੂੰ ਕਰ। ਜਿਹੇ ਸਿਮਰਤ ਗਨਕਾਸੀ ਉਦਰੀ, ਤਾ ਕੋ ਜਸ ਉਰ ਧਾਰੋ। ਸਤਿਗੁਰੂ ਜੀ ਕਹਿੰਦੇ, ਹੈ ਮਨਾ, ਦੇਖ ਸੰਸਾਰ ਦੇ ਅੰਦਰ ਇੱਕ ਗਨਕਾ ਨੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕੀਤਾ ਅਤੇ ਉਹ ਵੀ ਸੰਸਾਰ ਦੇ ਵਿੱਚੋਂ ਉਧਰ ਗਈ, ਤਰ ਗਈ। ਇਸ ਕਰਕੇ ਤੂੰ ਉਹ ਪ੍ਰਭੂ ਪਰਮੇਸ਼ਰ ਦੇ ਜਸ ਨੂੰ ਧਾਰਨ ਕਰ। ਗਨਕਾ ਦਾ ਪ੍ਰਸੰਗ ਆਉਂਦਾ ਹੈ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਭਗਤਾਂ ਦੀ ਮਾਲਾ ਲਿਖੀ ਹੈ, ਭਗਤ ਮਾਲਾ। ਉਸ ਭਗਤ ਮਾਲਾ ਦੇ ਅੰਦਰ ਸਾਰੇ ਹੀ ਜੋ ਭਗਤ ਹੋ ਚੁੱਕੇ ਉਹਨਾਂ ਦਾ ਜ਼ਿਕਰ ਕੀਤਾ। ਉੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗਣਕਾ ਦਾ ਵੀ ਪ੍ਰਸੰਗ ਲਿਖਿਆ ਕਿ ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਕਿ ਵੇਸਵਾ ਸੀ ਅਤੇ ਵੇਸਵਾ ਦਾ ਕਰਮ ਜਿਹੜਾ ਹੁੰਦਾ ਉਹ ਇਹ ਸੰਸਾਰ ਦੇ ਅੰਦਰ ਕਾਮੀ ਬਿਰਤੀ ਵਾਲਾ ਹੁੰਦਾ। ਕਿਉਂਕਿ ਪਾਪ ਜਿਹੜਾ ਹੈ ਇਹ ਮਨੁੱਖ ਦੇ ਅੰਦਰ ਜਦੋਂ ਪੈਦਾ ਹੁੰਦਾ, ਇਹਦੇ ਕਾਰਨ ਬਣਦੇ ਆ ਕੁਝ। ਕਈ ਵਾਰ ਮਨੁੱਖ ਜਿਹੜਾ ਇੱਕ ਵਿਸ਼ੇ ਦੇ ਆਨੰਦ ਨੂੰ ਮੁੱਖ ਰੱਖ ਕੇ, ਸਵਾਦ ਨੂੰ, ਰਸ ਨੂੰ ਮੁੱਖ ਰੱਖ ਕੇ ਉਹਦੇ ਵਿੱਚ ਪ੍ਰਵਿਰਤ ਹੋ ਜਾਂਦਾ ਅਤੇ ਉਹ ਫਿਰ ਐਸਾ ਰਸ ਉਹਦੇ ਵਿੱਚੋਂ ਉਹਨੂੰ ਆਉਂਦਾ, ਉਹਦੇ ਵਿੱਚੋਂ ਉਹਨੂੰ ਆਨੰਦ ਮਿਲਦਾ, ਖੁਸ਼ੀ ਮਹਿਸੂਸ ਹੁੰਦੀ। ਫਿਰ ਉਹ ਪਾਪ ਜਿਹੜਾ ਹੌਲੀ 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 ਇੰਨਾ ਗੂੜਾ ਉਹਦੇ 'ਤੇ ਚੜ੍ਹ ਜਾਂਦਾ, ਫਿਰ ਉਹਦੀ ਮਜਬੂਰੀ ਬਣ ਜਾਂਦੀ। ਫਿਰ ਉਹ ਮਜਬੂਰ ਹੋ ਜਾਂਦਾ। ਫਿਰ ਉਹ ਸਮਝ ਵੀ ਆਉਂਦੀ ਆ ਉਹਨੂੰ ਵੀ ਇਹ ਤੂੰ ਗਲਤ ਕਰ ਰਿਹਾ, ਮਾੜਾ ਕਰ ਰਿਹਾ, ਪਰ ਛੱਡ ਨਹੀਂ ਸਕਦਾ, ਮਜਬੂਰੀ ਬਣ ਗਈ। ਫਿਰ ਉਹ ਜਦੋਂ ਐਸੀ ਹਾਲਤ ਬਣ ਜਾਂਦੀ ਹੈ, ਮਜਬੂਰ ਹੋ ਜਾਂਦਾ ਮਨੁੱਖ, ਅਤੇ ਮਜਬੂਰੀ ਵਸ ਹੋ ਕੇ ਫਿਰ ਉਹਨੂੰ ਉਹ ਪਾਪ ਰੂਪ ਕਰਮ ਜਿਹੜਾ ਕਰਨਾ ਪੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਐਸੀ ਵੇਸਵਾ ਦਾ ਜ਼ਿਕਰ ਕਿ ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਕਿ ਬੜੇ ਉਸਨੇ ਪਾਪ ਕਰਨੇ, ਮੰਦ ਕਰਮ ਕਰਨੇ। ਅਤੇ ਕੀ ਹੋਇਆ ਕਿ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਅਚਾਨਚੱਕ ਇੱਕ ਸਾਧੂ ਮਹਾਤਮਾ ਵੇਸਵਾ ਦੁਆਰੇ ਆਏ ਖੜੋਤਾ। ਇਸ ਵੇਸਵਾ ਦੇ ਦੁਆਰੇ 'ਤੇ ਇੱਕ ਦਿਨ ਸਾਧੂ ਮਹਾਤਮਾ ਆ ਕੇ ਖੜ੍ਹ ਗਏ ਅਤੇ ਬਰਸਾਤ ਪੈ ਰਹੀ ਸੀ, ਠੰਡ ਦਾ ਮੌਸਮ ਸੀ ਅਤੇ ਮਹਾਤਮਾ ਨੇ ਵੇਖਿਆ ਵੀ ਇੱਧਰ ਰੌਸ਼ਨੀ ਹੈ, ਕੋਈ ਘਰ ਮਕਾਨ ਹੈ ਅਤੇ ਆਸਰਾ ਤੱਕ ਲਈਏ, ਕਿਉਂਕਿ ਸਰਦੀ ਹੈ। ਜਦੋਂ ਮਹਾਤਮਾ ਨੇ ਜਾ ਕੇ ਦਰਵਾਜ਼ੇ 'ਤੇ ਦਸਤਕ ਦਿੱਤੀ, ਇਸ ਨੇ ਦਰਵਾਜ਼ਾ ਖੋਲ੍ਹਿਆ, ਮਹਾਤਮਾ ਬੈਠ ਗਏ ਅਤੇ ਇਹਨੇ ਵੇਖਿਆ ਕਿ ਕੋਈ ਸਾਧੂ ਨੇ, ਮਹਾਤਮਾ ਨੇ, ਅਤੇ ਇਹਦੇ ਅੰਦਰ ਕਿਉਂਕਿ ਪਾਪ ਕੀਤੇ ਹੁੰਦੇ ਹੈ, ਔਗਣ ਗੁਨਾਹ ਕੀਤੇ ਹੁੰਦੇ ਜਦੋਂ ਮਨੁੱਖ ਨੇ, ਉਹੀ ਡਰਾਉਂਦੇ ਹੈ। ਫਿਰ ਇਸ ਨੇ ਸੋਚਿਆ ਵੀ ਆਪਾਂ ਸਾਧੂ ਮਹਾਤਮਾ ਦੀ ਸੇਵਾ ਕਰ ਲਈਏ।
ਤੇ ਸਾਧੂ ਮਹਾਤਮਾ ਦੇ ਸਾਹਮਣੇ ਇਸ ਨੇ ਆਪਣੀ ਸਾਰੀ ਬਿਰਥਾ ਸੁਣਾਈ ਕਿ ਮੇਰਾ ਮਨ ਜਿਹੜਾ ਹੁਣ ਇੰਨਾ ਔਗਣਾਂ ਦੇ ਵਿੱਚ ਫਸਿਆ ਹੋਇਆ, ਨਿਕਲ ਨਹੀਂ ਸਕਦਾ, ਤੇ ਮੇਰਾ ਭਲਾ ਕਰੋ, ਮੇਰੇ 'ਤੇ ਕਿਰਪਾ ਕਰੋ। ਤੇ ਸਾਧੂ ਮਹਾਤਮਾ ਨੇ ਫਿਰ ਇਸ ਨੂੰ ਉਪਦੇਸ਼ ਦੇਣ ਵਾਸਤੇ, ਇਸ ਨੂੰ ਲਿਵ ਲਾਉਣ ਵਾਸਤੇ ਮਹਾਤਮਾ ਦੇ ਪਾਸ ਇੱਕ ਤੋਤਾ ਸੀ। ਕਹਿੰਦੇ ਉਹ ਮਹਾਤਮਾ ਨੇ ਇੱਕ ਤੋਤਾ ਇਸ ਨੂੰ ਦਿੱਤਾ ਵੀ ਇਹ ਤੋਤਾ ਬੋਲਦਾ ਰਾਮ ਰਾਮ, ਤੇ ਤੂੰ ਅੱਗੇ ਬੋਲਣਾ, ਇਸ ਨੇ ਪਿੱਛੇ ਬੋਲਣਾ, ਤੇ ਤੁਸੀਂ ਦੋਵਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਹ ਰਾਮ ਰਾਮ ਦਾ ਜਾਪ ਕਰਨਾ। ਲਿਵ ਲਾਉਣੀ ਸੀ, ਇਸ ਪਾਸੇ ਜੋੜਨਾ ਸੀ, ਕੋਈ ਬਹਾਨਾ ਬਣਾਉਣਾ ਸੀ। ਤੇ ਉਹ ਐਸੀ ਉਹਦੀ ਲਿਵ ਲੱਗੀ ਤੇ ਸਤੋਤਿਓਂ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਉਹ ਰਾਮ ਰਾਮ ਬੋਲਦਾ, ਮਗਰ ਉਹ ਬੋਲਦੀ ਹੈ ਰੋਜ਼ ਅੰਮ੍ਰਿਤ ਵੇਲੇ ਉੱਠ ਕੇ। ਉਹ ਮਨ ਸੀ ਜਿਹੜਾ ਹੁਣ ਉਹਦਾ ਰਸ ਜਿਹੜਾ ਬਦਲ ਗਿਆ, ਮਨ ਉੱਧਰੋਂ, ਕਿਉਂਕਿ ਜਦੋਂ ਇਨਸਾਨ ਨੂੰ ਆਪਣੇ ਔਗਣਾਂ ਦਾ, ਗੁਨਾਹਾਂ ਦਾ, ਗਲਤੀਆਂ ਦਾ ਅਹਿਸਾਸ ਹੋ ਜਾਂਦਾ, ਪੂਰਨ ਤੌਰ 'ਤੇ ਮਨ ਮੰਨਣ ਲੱਗ ਜਾਂਦਾ ਵੀ ਹਾਂ ਪਛਤਾਵਾ ਹੁੰਦਾ। ਜਿੰਨਾ ਚਿਰ ਪਛਤਾਵਾ ਨਹੀਂ ਹੁੰਦਾ ਉਨਾ ਚਿਰ ਬੰਦਾ ਔਗਣ ਨਹੀਂ ਛੱਡਦਾ। ਤੇ ਇਸ ਨੂੰ ਪੂਰਾ ਪਛਤਾਵਾ ਹੋ ਗਿਆ, ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ। ਫਿਰ ਜਿਹੜਾ ਮਨ ਸੀ ਉੱਧਰੋਂ ਪੂਰਾ ਹੀ ਟੁੱਟ ਗਿਆ, ਵਿਕਾਰਾਂ ਵਾਲੇ ਪਾਸੋਂ, ਵਿਕਾਰੀ ਬਿਰਤੀ ਵਾਲੇ ਪਾਸੋਂ ਉੱਕਾ ਹੀ ਰਹਿ ਗਿਆ। ਤੇ ਰਾਮ ਦੇ ਨਾਮ ਦਾ ਐਸਾ ਇਸ ਨੂੰ ਰਸ ਆਉਣ ਲੱਗਿਆ। ਇੱਧਰਲੇ ਪਾਸੇ ਜਦੋਂ ਲੱਗ ਗਈ, ਫਿਰ ਰਾਮ ਰਾਮ ਹਰ ਸਮੇਂ ਜਪਣ ਲੱਗ ਪਈ। ਤੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਗਈ ਬੈਕੁੰਠ ਵਿਮਾਨ ਚੜ੍ਹ। ਫਿਰ ਕਹਿੰਦੇ ਵਿਮਾਨਾਂ ਦੇ ਵਿੱਚ ਚੜ੍ਹ ਕੇ ਤੇ ਬੈਕੁੰਠਾਂ 'ਚ ਜਾ ਕੇ ਵਾਸਾ ਕੀਤਾ, ਕਿਉਂਕਿ ਸੰਗਤ ਬਣਾ ਦਿੱਤੀ। ਸੰਗਤ ਉਹੀ ਜਿੱਥੇ ਗੁਰੂ ਕੇ 2 ਸਿੱਖ ਬੈਠ ਕੇ ਨਾਮ ਜਪਦੇ, ਉਹ ਵੀ ਸੰਗਤ ਹੈ। ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ੍ਹ ਸੂਆ ਗਨਕ ਉਧਾਰੇ। ਸੂਆ ਕਹਿੰਦੇ ਆ ਤੋਤੇ ਨੂੰ, ਕਿ ਤੋਤੇ ਨੂੰ ਪੜ੍ਹਾਉਂਦੀ ਉਹ ਗਨਕਾ ਵੇਸਵਾ ਸੀ ਜਿਹੜੀ, ਉਹ ਵੀ ਤਰ ਗਈ। ਉਹਨੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਬਚਨ ਕਰਦੇ ਹਨ, ਜਿਹੇ ਸਿਮਰਤ ਗਨਕਾ ਸੀ ਉਧਰੀ, ਤਾ ਕੋ ਜਸ ਉਰ ਧਾਰੋ। ਜਿਸ ਪ੍ਰਮਾਤਮਾ ਦਾ ਸਿਮਰਨ ਕਰਕੇ ਇੱਕ ਐਸੀ ਵਿਕਾਰਾਂ ਦੇ ਵਿੱਚ ਫਸੀ ਹੋਈ ਗਨਕਾ ਜਿਹੜੀ ਸੀ ਉਹ ਤਰ ਗਈ। ਤੇ ਹੇ ਮਨਾ, ਤੂੰ ਉਹ ਪ੍ਰਭੂ ਪਰਮੇਸ਼ਰ ਦੇ ਜਸ ਨੂੰ, ਉਹਦੇ ਨਾਮ ਰਸ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ। ਇਹ ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰਦੇ। ਇਸ ਤੋਂ ਇਹ ਭਾਵ ਨਹੀਂ ਲੈਣਾ ਕਿ ਜੇ ਵੇਸਵਾ ਤਰ ਗਈ ਹੈ ਤੇ ਅਸੀਂ ਵੀ ਔਗਣ ਕਰੀ ਚੱਲੀਏ, ਅਸੀਂ ਵੀ ਪਾਪ ਕਰੀ ਜਾਈਏ, ਅਸੀਂ ਵੀ ਤਰ ਜਾਂਗੇ। ਇਹਦੀ ਸਿੱਖਿਆ ਇਹ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਜੇਕਰ ਉਧਰੀ ਗਨਕਾ ਪਰ ਘਰ ਜਾਏ ਨ ਲਈਐ ਪੰਗਾ, ਜੇਕਰ ਉਧਰੀ ਪੂਤਨਾ ਵਿਉ ਪਿਆਲਣ ਕੰਮ ਨਾ ਚੰਗਾ। ਕਿ ਜੇ ਉਹ ਤਰ ਗਈ ਹੈ ਤੇ ਉਹਦੇ ਤੋਂ ਇਹ ਸਿੱਖਿਆ ਨਹੀਂ ਲੈਣੀ ਕਿ ਆਪਾਂ ਵੀ ਔਗਣ ਕਰੀਏ ਤੇ ਆਪਾਂ ਵੀ ਤਰ ਜਾਂਗੇ। ਅਖੀਰ ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਇਸ ਪ੍ਰਵਾਸੈ ਰਹਿ ਕੁਟੰਗਾ। ਜੇ ਇਹ ਬਿਰਤੀ ਧਾਰਨ ਕਰ ਲਈ ਫਿਰ ਉਧਾਰ ਨਹੀਂ ਹੋਣਾ। ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ ਕਿ ਐਡੇ ਐਡੇ ਪਾਪੀ ਤਰ ਗਏ ਤੇ ਤੂੰ ਆਪਣੇ ਔਗਣ ਜਿਹੜੇ ਆ, ਗੁਨਾਹ ਜਿਹੜੇ ਕਰਦਾ ਹੈ, ਤੇ ਤੂੰ ਵੀ ਉਹਨਾਂ ਤੋਂ ਮੁੜ, ਤੂੰ ਵੀ ਉਹਨਾਂ ਤੋਂ ਪਛਤਾਵਾ ਕਰ, ਆਪਣੀਆਂ ਗਲਤੀਆਂ ਮੰਨ ਤੇ ਇਸ ਪਾਸੇ ਲੱਗ, ਫਿਰ ਭਲਾ ਹੋਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਸ ਪ੍ਰਭੂ ਦਾ ਸਿਮਰਨ ਕਰਕੇ ਇੱਕ ਵੇਸਵਾ ਉਧਰ ਗਈ, ਤਰ ਗਈ ਹੈ, ਉਹਦੇ ਜਸ ਨੂੰ, ਨਾਮ ਦੇ ਰਸ ਨੂੰ ਤੂੰ ਵੀ ਅੰਦਰ ਗ੍ਰਹਿਣ ਕਰ। ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ ਕਿ ਅਟਲ ਭਇਓ ਧਰੂ, ਧਰੂ ਭਗਤ ਅਟਲ ਪਦਵੀ ਨੂੰ ਉਹਨੇ ਪ੍ਰਾਪਤ ਕੀਤਾ। ਤੇ ਅਟਲ ਪਦਵੀ ਨੂੰ ਪ੍ਰਾਪਤ ਕਿਸ ਰਾਹੀਂ ਕੀਤਾ? ਜਾ ਕੈ ਸਿਮਰਨ। ਜਿਸ ਪ੍ਰਭੂ ਦੇ ਸਿਮਰਨ ਦੁਆਰਾ ਜਿੱਥੇ ਉਸ ਨੇ ਅਟਲ ਪਦਵੀ ਨੂੰ ਪ੍ਰਾਪਤ ਕੀਤਾ, ਉੱਥੇ ਅਰ ਨਿਰਭੈ ਪਦ ਪਾਇਆ।
ਨਿਰਭਉ ਪਦਵੀ ਜਿਹੜੀ ਹੈ, ਜਿੱਥੇ ਕੋਈ ਡਰ ਨਹੀਂ, ਨਾ ਜਮਾਂ ਦਾ ਨਾ ਮੌਤ ਦਾ, ਸਾਰੇ ਡਰ ਜਿੱਥੇ ਖਤਮ ਹੋ ਜਾਂਦੇ ਆ, ਉਹ ਨਿਰਭਉ ਪਦਵੀ ਜਿਹੜੀ ਪ੍ਰਾਪਤ ਕੀਤੀ ਭਗਤ ਧਰੂ ਨੇ। ਤੇ ਭਗਤ ਧਰੂ ਜੀ ਦਾ ਪ੍ਰਸੰਗ ਆਉਂਦਾ, ਉਹ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਇਹ ਭਗਤ ਧਰੂ ਜਿਹੜਾ ਹੋਇਆ, ਇਹ ਇੱਕ ਰਾਜਾ ਹੋਇਆ ਮਨੂ ਰਾਜਾ, ਤੇ ਮਨੂ ਰਾਜੇ ਦਾ ਅੱਗੇ ਪੁੱਤਰ ਹੋਇਆ ਉਤਾਨਪਾਦ, ਉਹਦਾ ਪੁੱਤਰ ਜਿਹੜਾ ਅੱਗੇ ਇਹ ਭਗਤ ਧਰੂ ਹੋਇਆ। ਜਿਹੜਾ ਉਤਾਨਪਾਦ ਰਾਜਾ ਸੀ, ਇਸ ਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਮ ਸੀ ਸੁਰੁਚੀ ਤੇ ਦੂਸਰੀ ਦਾ ਨਾਮ ਸੀ ਸੁਨੀਤੀ। ਤੇ ਜਿਹੜੀ ਸੁਰੁਚੀ ਸੀ ਰਾਣੀ, ਉਹਦੇ ਕੁੱਖ ਤੋਂ ਇੱਕ ਪੁੱਤਰ ਹੋਇਆ, ਉਹਦਾ ਨਾਮ ਸੀ ਉੱਤਮ। ਤੇ ਦੂਸਰੀ ਜਿਹੜੀ ਸੁਨੀਤੀ ਸੀ, ਉਹਦੇ ਪੇਟੋਂ ਹੋਇਆ ਸੀ ਭਗਤ ਧਰੂ। ਪਰ ਉਹ ਜਿਹੜੀ ਪਹਿਲੀ ਰਾਣੀ ਸੁਰੁਚੀ ਸੀ, ਉਹ ਰਾਜੇ ਦੇ ਜ਼ਿਆਦਾ ਨਜ਼ਦੀਕ ਸੀ। ਰਾਜਾ ਜਿਹੜਾ ਉਹਦੀ ਗੱਲ ਜ਼ਿਆਦਾ ਮੰਨਦਾ ਸੀ, ਉਹਦੇ ਨਾਲ ਬਹੁਤਾ ਪ੍ਰੇਮ ਸੀ ਉਹਦਾ। ਇੱਕ ਦਿਨ ਕੀ ਹੋਇਆ, ਕਹਿੰਦੇ ਰਾਜਾ ਉਤਾਨਪਾਦ ਜਿਹੜਾ ਆਪਣੇ ਸਿੰਘਾਸਣ 'ਤੇ ਬੈਠਾ, ਤੇ ਉਹਦੀ ਗੋਦ ਦੇ ਵਿੱਚ ਉਸ ਰਾਣੀ ਦਾ ਪੁੱਤਰ ਜਿਹੜਾ ਉੱਤਮ ਨਾਮ ਦਾ, ਉਹ ਖੇਡ ਰਿਹਾ। ਤੇ ਭਗਤ ਧਰੂ ਦੇ ਵੇਖਿਆ ਜਦੋਂ ਜਾ ਕੇ, ਤੇ ਭਗਤ ਧਰੂ ਦੇ ਅੰਦਰ ਵੀ ਇੱਛਾ ਆਈ ਕਿ ਮੈਂ ਵੀ ਆਪਣੇ ਪਿਤਾ ਦੀ ਗੋਦ ਦੇ ਅੰਦਰ ਬੈਠਾਂ, ਮੈਂ ਵੀ ਖੇਡਾਂ। ਤੇ ਜਦੋਂ ਭਗਤ ਧਰੂ ਜਾ ਕੇ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠਿਆ, ਤੇ ਉਹ ਜਿਹੜੀ ਦੂਸਰੀ ਰਾਣੀ ਸੀ, ਉਸਨੇ ਵੇਖਿਆ ਤੇ ਉਸਨੇ ਬਾਂਹ ਤੋਂ ਫੜ ਕੇ ਪਿੱਛੇ ਕਰ ਦਿੱਤਾ, ਤੇ ਨਾਲ ਇਹ ਕਹਿ ਦਿੱਤਾ ਕਿ ਤੂੰ ਤੇ ਸੌਂਕਣ ਦਾ ਪੁੱਤ ਹੈ, ਤੂੰ ਜੇ ਰਾਜੇ ਦੀ ਗੋਦ ਦੇ ਵਿੱਚ, ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠਣਾ ਹੈ, ਤੇ ਤੈਨੂੰ ਮੇਰੇ ਪੇਟੋਂ ਜਨਮ ਲੈਣਾ ਸੀ, ਫਿਰ ਤੂੰ, ਇਹ ਤੇਰਾ ਹੱਕ ਨਹੀਂ ਬਣਦਾ। ਭਗਤ ਧਰੂ ਨੂੰ ਬੜੀ ਨਿਰਾਸ਼ਤਾ ਹੋਈ, ਬੜਾ ਉਦਾਸ ਹੋਇਆ, ਘਰ ਦੇ ਵਿੱਚ ਆ ਗਿਆ। ਘਰੇ ਆ ਕੇ ਫਿਰ ਇਸ ਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਮਾਤਾ ਤੂੰ ਦੱਸ ਵੀ ਤੂੰ ਰਾਣੀ ਹੈ ਕਿ ਜਾਂ ਤੂੰ ਗੋਲੀ ਹੈ ਇਸ ਘਰ ਦੇ ਅੰਦਰ। ਤੇ ਉਸ ਨੇ ਜਵਾਬ ਦਿੱਤਾ ਕਿ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿ ਹੈ ਤੇ ਮੈਂ ਰਾਣੀ ਆ, ਮੇਰਾ ਜਨਮ ਇਹਨਾਂ ਰਾਜ ਘਰਾਣਿਆਂ ਅੰਦਰ ਹੀ ਹੋਇਆ, ਪਰ ਮੈਂ ਪ੍ਰਭੂ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ, ਇਸ ਪਾਸਿਓਂ ਮੈਂ ਕੁਝ ਵੀ ਪ੍ਰਾਪਤ ਨਹੀਂ ਕੀਤਾ, ਮੈਂ ਗੋਲੀ ਹਾਂ। ਉਸ ਸਮੇਂ ਫਿਰ ਭਗਤ ਧਰੂ ਨੇ ਕਿਹਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਵਣ ਸਭ ਮੀਤਾ, ਕਿ ਮਾਤਾ ਤੂੰ ਦੱਸ ਹੁਣ ਫਿਰ ਵੀ ਰਾਜ ਕਿਵੇਂ ਹੋ ਸਕਦਾ, ਜਿੰਨੇ ਦੁਸ਼ਮਣ ਆ ਉਹ ਮਿੱਤਰ ਕਿਵੇਂ ਬਣ ਸਕਦੇ ਆ। ਤੇ ਉਸ ਸਮੇਂ ਇੱਕ ਮਾਂ ਨੇ ਸਿੱਖਿਆ ਬਖਸ਼ਿਸ਼ ਕੀਤੀ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਸਭ ਮਿੱਤਾ, ਕਿ ਤੂੰ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰੇ, ਭਗਤੀ ਕਰੇ, ਫਿਰ ਇਹ ਸਾਰੇ ਕਾਰਜ ਹੱਲ ਹੋ ਸਕਦੇ ਆ, ਪਰਮਾਤਮਾ ਕਰ ਸਕਦਾ। ਕਹਿੰਦੇ 5 ਸਾਲਾਂ ਦੀ ਉਮਰ ਦੇ ਅੰਦਰ ਭਗਤ ਧਰੂ ਫਿਰ ਜੰਗਲ ਨੂੰ ਤੁਰ ਪਿਆ। ਰਸਤੇ ਦੇ ਵਿੱਚ ਨਾਰਦ ਮੁਨੀ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਨਾਮ ਜਪਣਾ, ਭਗਤੀ ਕਰਨੀ ਹੈ ਤੇ ਇਉਂ ਕਰ। ਕਹਿੰਦੇ ਫਿਰ ਭਗਤ ਧਰੂ ਨੇ ਬੜਾ ਭਾਰੀ ਤਪ ਕੀਤਾ, ਬੜੀ ਬੰਦਗੀ ਕੀਤੀ ਪਰਮੇਸ਼ਰ ਦੀ, ਐਸੀ ਆਰਾਧਨਾ ਕੀਤੀ। ਇੱਕ ਤੇ ਬੱਚਾ ਸੀ, ਨਿਸ਼ਕਪਟ ਸੀ, ਛਲ ਤੋਂ ਰਹਿਤ ਸੀ, ਦਿਲ ਜਿਹੜਾ ਉਹ ਸਾਫ ਸੁਥਰਾ ਸੀ, ਕੋਈ ਵਿਕਾਰ ਨਹੀਂ ਸੀ ਅੰਦਰ, ਔਗਣ ਕੋਈ ਨਹੀਂ ਸੀ। ਤੇ ਉਹ ਐਸੀ ਲਿਵ ਲੱਗੀ, ਪ੍ਰਭੂ ਪਰਮੇਸ਼ਰ ਪ੍ਰਸੰਨ ਹੋ ਗਿਆ। ਜਦੋਂ ਪਰਮਾਤਮਾ ਖੁਸ਼ ਹੋ ਗਿਆ ਤੇ ਭਗਤ ਧਰੂ ਨੂੰ ਕਿਹਾ ਵੀ ਮੰਗ ਕੀ ਮੰਗਣਾ, ਤੇਰੀ ਭਗਤੀ ਪੂਰੀ ਹੋ ਗਈ ਹੈ। ਤੇ ਉਸ ਸਮੇਂ ਸਾਰੀ ਇੱਛਾ ਹੀ ਅੰਦਰੋਂ ਖਤਮ ਹੋ ਗਈ। ਗਿਆ ਤੇ ਲਾਲਚ ਵਸ ਹੋ ਕੇ ਸੀ ਕਿ ਰਾਜ ਕਰਾਂਗੇ, ਵੀ ਰਾਜ ਕਰਨ ਵਾਸਤੇ ਭਗਤੀ ਕਰੋ ਫਿਰ ਰਾਜ ਮਿਲੂਗਾ। ਗਿਆ ਤੇ ਇੱਕ ਜਿਵੇਂ ਬੱਚੇ ਨੂੰ ਲਾਲਚ ਦਈਏ ਵੀ ਤੂੰ ਆਹ ਕੰਮ ਕਰ, ਤੈਨੂੰ ਆਹ ਦਿਆਂਗੇ, ਫਿਰ ਤੂੰ ਆਹ ਕੰਮ ਕਰ, ਲਾਈ ਦਾ ਨਾ ਸਿੱਧੇ ਪਾਸੇ ਲਾਲਚ ਦੇ ਕੇ। ਉਹ ਲਾਇਆ ਤੇ ਇਸ ਲਾਲਚ ਨੂੰ ਸੀ, ਪਰ ਉਹ ਭਗਤੀ ਐਸੀ ਹੋਈ, ਬਿਰਤੀ ਐਸੀ ਬਣ ਗਈ, ਕਹਿੰਦਾ ਕੁਝ ਨਹੀਂ ਚਾਹੀਦਾ।
ਉਸ ਸਮੇਂ ਕਹਿੰਦੇ ਪ੍ਰਭੂ ਪਰਮੇਸ਼ਰ ਪ੍ਰਸੰਨ ਹੋਇਆ, ਪ੍ਰਮਾਤਮਾ ਖੁਸ਼ ਹੋਇਆ ਅਤੇ ਰਾਜ ਬਖਸ਼ਿਆ ਕਿ ਨਹੀਂ, ਜਿਹੜੀ ਤੇਰੀ ਇੱਛਾ ਸੀ ਉਹ ਵੀ ਪੂਰੀ ਕਰਨੀ ਹੈ ਅਤੇ ਤੈਨੂੰ ਪਦਵੀ, ਜਿਹੜੀ ਅਟੱਲ ਪਦਵੀ, ਉਹ ਵੀ ਦੇਣੀ ਹੈ। ਉਸ ਸਮੇਂ ਕਹਿੰਦੇ ਫਿਰ ਸਾਰਾ ਤਪ ਕਰਕੇ ਜਦੋਂ ਇਹ ਘਰ ਵਿੱਚ ਆਇਆ ਅਤੇ ਉਸ ਸਮੇਂ ਇਹਦਾ ਦੂਸਰਾ ਭਰਾ ਸੀ ਜਿਹੜਾ ਉੱਤਮ ਨਾਮ ਦਾ, ਉਹ ਰਾਜ ਕਰਦਾ ਸੀ। ਆਪ ਜਿਹੜਾ ਸੀ ਰਾਜਾ ਉਤਾਨਪਾਦ, ਉਹ ਸੰਨਿਆਸ ਲੈ ਚੁੱਕਿਆ ਸੀ। ਫਿਰ ਕੁਝ ਸਮਾਂ ਘਰ ਦੇ ਵਿੱਚ ਭਗਤ ਧਰੂ ਰਿਹਾ। ਇੱਕ ਦਿਨ ਇਹਦਾ ਜਿਹੜਾ ਭਰਾ ਸੀ ਉਹ ਜੰਗਲ 'ਚ ਸ਼ਿਕਾਰ ਖੇਡਣ ਗਿਆ। ਉੱਥੇ ਉਹ ਜਿਹੜੇ ਜੰਗਲੀ ਲੋਕ ਹੁੰਦੇ ਉਹਨਾਂ ਨੇ ਫੜ ਕੇ ਮਾਰ ਦਿੱਤਾ। ਫਿਰ ਜਿਹੜਾ ਰਾਜ ਭਾਗ ਸੀ ਇਹ ਧਰੂ ਦੇ ਕੋਲ ਆਇਆ। ਫਿਰ 36 ਯੁੱਗ ਕਹਿੰਦੇ ਇਸ ਨੇ ਰਾਜ ਕੀਤਾ। ਐਸਾ ਰਾਜ ਕਰਨ ਤੋਂ ਬਾਅਦ ਫਿਰ ਇਸ ਨੇ ਅਟੱਲ ਪਦਵੀ ਪ੍ਰਾਪਤ ਕੀਤੀ। ਧਰੂ ਮੰਡਲ ਜਿਸ ਨੂੰ ਆਖਿਆ ਜਾਂਦਾ, ਧਰੂ ਤਾਰਾ ਕਹਿ ਦਿੰਦੇ ਆ, ਉਸ 'ਤੇ ਸਥਿਤ ਕਰ ਦਿੱਤਾ, ਟਿਕਾ ਦਿੱਤਾ। ਇਸ ਪ੍ਰਕਾਰ ਇਹ ਸਭ ਪ੍ਰਭੂ ਪਰਮੇਸ਼ਰ ਦੀਆਂ ਨਾਮ ਦੀਆਂ ਬਰਕਤਾਂ ਹਨ। ਫਿਰ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਇਸ ਭਗਤ ਧਰੂ ਦੇ ਕੋਲ ਵੀ ਗਏ, ਜਿੱਥੇ ਸਿੱਧਾਨਾਥਾਂ ਦੇ ਨਾਲ ਵਿਚਾਰਾਂ ਹੋਈਆਂ, ਇਹਦੇ ਨਾਲ ਵੀ ਹੋਈਆਂ। ਇਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਵੀ ਇਹਦਾ ਜ਼ਿਕਰ ਆਉਂਦਾ ਹੈ। 5 ਬਰਸ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਕਿ 5 ਸਾਲਾਂ ਦੀ ਉਮਰ ਦੇ ਅੰਦਰ ਐਸੀ ਭਗਤੀ ਕੀਤੀ ਇਸ ਨੇ, ਅਟੱਲ ਪਦਵੀ ਨੂੰ ਪ੍ਰਾਪਤ ਕਰ ਲਿਆ। ਇਸੇ ਪ੍ਰਕਾਰ ਸਤਿਗੁਰਾਂ ਨੇ ਫਿਰ ਸਿੱਖਿਆ ਬਖਸ਼ਿਸ਼ ਕੀਤੀ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਕਿ ਭਗਤ ਧਰੂ ਨੇ ਭਗਤੀ ਕੀਤੀ ਹੈ ਸਿਦਕ ਦੇ ਨਾਲ, ਦ੍ਰਿੜ ਇਰਾਦੇ ਦੇ ਨਾਲ। ਉਸ ਨੇ ਪ੍ਰਮਾਤਮਾ ਦਾ ਚਿੰਤਨ ਕੀਤਾ ਕਿ ਇੱਦਾਂ ਦਾ ਸਿਦਕ ਹੋਵੇ ਜੈਸਾ ਭਗਤ ਧਰੂ ਦੇ ਕੋਲ ਸੀ, ਅਤੇ ਫਿਰ ਜੀਵ ਨੂੰ ਜਿਹੜੀ ਉਹ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਤਿਗੁਰਾਂ ਦਾ ਇਹਨਾਂ ਉਦਾਹਰਨਾਂ ਦੁਆਰਾ ਸਾਨੂੰ ਉਪਦੇਸ਼ ਦੇਣ ਦਾ ਜੋ ਪ੍ਰਯੋਜਨ ਹੈ ਉਹ ਇਹੀ ਹੈ ਕਿ ਅਟੱਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ, ਕਿ ਜਿਸ ਪ੍ਰਭੂ ਪਰਮੇਸ਼ਰ ਦੀ ਭਗਤੀ ਦੁਆਰਾ ਭਗਤ ਧਰੂ ਨੇ ਅਟੱਲ ਪਦਵੀ ਨੂੰ ਪ੍ਰਾਪਤ ਕੀਤਾ ਅਤੇ ਨਿਰਭਉ ਜਿਹੜੀ ਪਦਵੀ ਹੈ ਉਸ ਨੂੰ ਪ੍ਰਾਪਤ ਕਰ ਲਿਆ। ਅਤੇ ਸਤਿਗੁਰੂ ਜੀ ਸਾਨੂੰ ਕੀ ਸਿੱਖਿਆ ਬਖਸ਼ਿਸ਼ ਕਰਦੇ ਹਨ? ਦੁੱਖ ਹਰਤਾ ਇਹ ਬਿਧ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਸਤਿਗੁਰੂ ਜੀ ਕਹਿੰਦੇ, ਹੇ ਮਨਾ, ਦੁੱਖ ਹਰਤਾ, ਵੱਡੇ ਵੱਡੇ ਦੁੱਖਾਂ ਨੂੰ ਨਾਸ ਕਰਨ ਵਾਲਾ, ਇਹ ਬਿਧ ਕੋ ਸੁਆਮੀ, ਐਸੀਆਂ ਵਿਧੀਆਂ ਨੂੰ ਬਣਾਉਣ ਵਾਲਾ ਜੋ ਸੁਆਮੀ ਮਾਲਕ ਹੈ, ਤੈ ਕਾਹੇ ਬਿਸਰਾਇਆ। ਹੇ ਮਨਾ, ਤੂੰ ਕਿਉਂ ਉਸ ਨੂੰ ਭੁਲਾ ਦਿੱਤਾ? ਕਿਉਂ ਤੇਰੇ ਹਿਰਦੇ ਦੇ ਵਿੱਚੋਂ ਉਹ ਪ੍ਰਭੂ ਪਰਮੇਸ਼ਰ ਐਸੀਆਂ ਬਰਕਤਾਂ ਵਾਲਾ, ਐਸੀਆਂ ਵਡਿਆਈਆਂ ਵਾਲਾ, ਐਸੇ ਦੁੱਖਾਂ ਨੂੰ ਜਿਹੜਾ ਨਾਸ ਕਰਨ ਵਾਲਾ ਪਰਮੇਸ਼ਰ ਸੀ, ਤੂੰ ਕਿਉਂ ਭੁਲਾ ਦਿੱਤਾ? ਕਿ ਆਪਣੇ ਮਨ ਨੂੰ ਇਹ ਸਿੱਖਿਆ ਬਖਸ਼ਿਸ਼ ਕਰਨੀ ਹੈ ਕਿ ਮਨਾ ਤੂੰ ਕਿਉਂ ਭੁਲਾਇਆ? ਕੀ ਕਾਰਨ ਬਣ ਗਿਆ ਐਸਾ? ਕਿਹੜੀ ਗੱਲ ਤੇਰੇ ਸਾਹਮਣੇ ਆ ਗਈ ਕਿ ਤੂੰ ਰੱਬ ਨੂੰ ਯਾਦ ਕਰਨੋਂ ਹੀ ਹਟ ਗਿਆ, ਤੂੰ ਪਰਮੇਸ਼ਰ ਦਾ ਨਾਮ ਜਪਣੋਂ ਹੀ ਹਟ ਗਿਆ, ਗੁਰਦੁਆਰੇ ਜਾਣੋਂ ਹੀ ਹਟ ਗਿਆ, ਸੇਵਾ ਕਰਨੋਂ ਹਟ ਗਿਆ, ਬਾਣੀ ਪੜ੍ਹਨੋਂ ਹਟ ਗਿਆ? ਕੀ ਕਾਰਨ ਹੈ? ਇਹ ਮਨ ਨੂੰ ਸਿੱਖਿਆ ਦੇਣੀ ਹੈ ਕਿ ਮਨਾ ਕਿਉਂ ਨਹੀਂ ਤੁਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਮਨਾ, ਐਸਾ ਜੋ ਸੁਆਮੀ ਪ੍ਰਭੂ ਪਰਮੇਸ਼ਰ ਪਰਮਾਤਮਾ ਹੈ, ਜਿਹਦਾ ਸਿਮਰਨ ਕਰਕੇ ਭਗਤ ਧਰੂ ਵਰਗਿਆਂ ਨੇ ਅਟੱਲ ਪਦਵੀਆਂ ਪ੍ਰਾਪਤ ਕਰ ਲਈਆਂ, ਅਤੇ ਉਹ ਐਸੇ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਸਿਮਰਨ ਨੂੰ ਤੂੰ ਕਿਉਂ ਭੁਲਾ ਦਿੱਤਾ ਹੈ? ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਸਤਿਗੁਰੂ ਜੀ ਅੱਗੇ ਹੋਰ ਉਦਾਹਰਨ ਦਿੰਦੇ ਆ ਕਿ ਜਬ ਹੀ ਸਰਨ ਗਹੀ ਕਿਰਪਾ ਨਿਧ, ਜੋ ਕਿਰਪਾ ਦਾ ਨਿਧ ਖਜ਼ਾਨਾ ਪ੍ਰਭੂ ਪਰਮੇਸ਼ਰ ਹੈ, ਉਹਦੀ ਸ਼ਰਨ ਜਦੋਂ ਗ੍ਰਹਿਣ ਕੀਤੀ ਇੱਕ ਗਜ ਨੇ, ਗਜ ਨਾਮ ਹੁੰਦਾ ਹਾਥੀ ਦਾ ਅਤੇ ਗਰਾਹ ਹੁੰਦਾ ਤੰਦੂਏ ਦਾ। ਇੱਕ ਜਲ ਦੇ ਵਿੱਚ ਰਹਿਣ ਵਾਲਾ ਜੰਤੂ ਹੈ, ਉਸ ਨੂੰ ਤੰਦੂਆ ਆਖਿਆ ਜਾਂਦਾ, ਜਿਸ ਦੀਆਂ ਤਾਰਾਂ ਜਿਹੀਆਂ ਹੁੰਦੀਆਂ, ਜਿਹਦੇ ਰਾਹੀਂ ਉਹ ਜਿਹੜਾ ਕੋਈ ਜਲ ਦੇ ਅੰਦਰ ਜਾਵੇ ਉਹਨੂੰ ਜਕੜ ਲੈਂਦਾ, ਫੜ ਲੈਂਦਾ, ਜਾਲ ਜਿਹਾ ਪਾ ਲੈਂਦਾ, ਉਹਨੂੰ ਤੰਦੂਆ ਕਹਿੰਦੇ ਆ। ਉਹਦੇ ਤੋਂ ਇੱਕ ਹਾਥੀ ਦੀ ਮੁਕਤੀ ਹੋਈ, ਹਾਥੀ ਫਸ ਗਿਆ, ਉਸ ਨੂੰ ਛੁਟਕਾਰਾ ਹੋਇਆ। ਜਦੋਂ ਉਹਨੇ ਪ੍ਰਭੂ ਨੂੰ ਚੇਤੇ ਕੀਤਾ ਕਿ ਹੁਣ ਦੁੱਖ ਦਾ ਸਮਾਂ, ਹੁਣ ਕੋਈ ਨਹੀਂ ਸਹਾਇਤਾ ਕਰ ਸਕਦਾ, ਹੁਣ ਪਰਮੇਸ਼ਰ ਹੈ, ਪਰਮਾਤਮਾ ਹੈ। ਬੀਜ ਮੰਤਰ ਸਰਬ ਕੋ ਗਿਆਨ,
ਕਹਿੰਦੇ ਆ ਕਿ ਬੀਜ ਮੰਤਰ ਜਿਹੜਾ ਗਿਆਨ ਹੁੰਦਾ ਨਾ ਥੋੜ੍ਹੇ ਮਾਤਰ, ਉਹ ਜੀਵ ਜੰਤੂਆਂ ਦੇ ਅੰਦਰ ਵੀ ਹੁੰਦਾ। ਇਹਨਾਂ ਦੇ ਅੰਦਰ ਵੀ ਕੁਝ ਨਾ ਕੁਝ ਸਮਝ ਜਿਹੜੀ ਹੈ, ਭਾਵੇਂ ਬੋਲਦੇ ਨਹੀਂ, ਦੱਸਦੇ ਨਹੀਂ, ਪਰ ਇਹਨਾਂ ਦੇ ਅੰਦਰ ਵੀ ਉਹ ਕੁਝ ਸਮਝ ਜਿਹੜੀ ਉਹ ਰੱਖੀ ਹੁੰਦੀ ਹੈ। ਇਸ ਪ੍ਰਕਾਰ ਇਹਦਾ ਪ੍ਰਸੰਗ ਆਉਂਦਾ ਹੈ ਕਿ ਇੱਕ ਹਰੀਹਰ ਖੇਤਰ ਹੈ ਗੰਗਾ ਦੇ ਕਿਨਾਰੇ। ਜਦੋਂ ਆਪਾਂ ਪਟਨਾ ਸਾਹਿਬ ਜਾਂਦੇ ਹਾਂ ਤਾਂ ਉਹਦੇ ਨੇੜੇ ਇੱਕ ਥੋੜ੍ਹੀ ਦੂਰ 'ਤੇ ਹੀ ਗੰਗਾ ਦੇ ਕਿਨਾਰੇ 'ਤੇ ਇੱਕ ਹਰੀਹਰ ਖੇਤਰ ਹੈ, ਜਿਹੜਾ ਨਾਮ ਹੈ ਉੱਥੋਂ ਦਾ। ਉੱਥੇ ਕਹਿੰਦੇ ਇੱਕ ਰਿਸ਼ੀ ਤਪ ਕਰਦਾ ਸੀ ਜਿਹਦਾ ਨਾਮ ਸੀ ਚੰਦਰਕ ਮੁਨੀ। ਉਹ ਤਪ ਕਰ ਰਿਹਾ ਸੀ, ਆਪਣਾ ਭਜਨ ਕਰ ਰਿਹਾ ਸੀ। ਕੋਲੇ ਉਸ ਨੇ ਬਗੀਚੀ ਲਾਈ ਹੋਈ ਫੁੱਲਾਂ ਦੀ, ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ, ਵਾੜੀ ਬਣਾਈ ਹੋਈ। ਅਤੇ ਉਸ ਕਹਿੰਦੇ ਉਹਦੇ ਵਿੱਚ ਕੀ ਹੋਇਆ ਵੀ ਇੱਕ ਕੋਈ ਰਾਜਾ ਸ਼ਿਕਾਰ ਖੇਡਦਾ ਸੀ, ਹਾਥੀ ਦੇ ਉੱਤੇ ਉਹ ਸਵਾਰ, ਹਾਥੀ ਦੇ ਉੱਤੇ ਚੜ੍ਹਿਆ ਹੋਇਆ। ਕਹਿੰਦੇ ਵੀ ਉਹ ਜਦੋਂ ਉੱਧਰ ਨੂੰ ਆਇਆ ਅਤੇ ਉਹ ਹਾਥੀ ਸੀ ਜਿਹੜਾ ਉਹਨੇ ਉਸ ਬਗੀਚੀ ਵੱਲ ਨੂੰ ਕਰ ਦਿੱਤਾ। ਸਾਰੀ ਬਗੀਚੀ ਤਹਿਸ ਨਹਿਸ ਕਰ ਦਿੱਤੀ, ਫੁੱਲ ਜਿਹੜੇ ਖਿਲਾਰ ਦਿੱਤੇ, ਵਾੜੀ ਸਾਰੀ ਖਰਾਬ ਕਰ ਦਿੱਤੀ। ਅਤੇ ਮਹਾਤਮਾ ਨੇ ਜਦੋਂ ਨੇਤਰ ਖੋਲ੍ਹੇ ਵੇਖਿਆ ਅਤੇ ਮਹਾਤਮਾ ਨੂੰ ਗੁੱਸਾ ਆਇਆ ਕਿ ਬੜੀ ਮਿਹਨਤ ਨਾਲ ਮੈਂ ਤਿਆਰ ਕੀਤੀ ਸੀ, ਬੜੇ ਸੋਹਣੇ ਸੋਹਣੇ ਫੁੱਲ ਲਾਏ ਸੀ। ਅਤੇ ਉਹ ਮਹਾਤਮਾ ਦੇ ਰਸਨਾ ਤੋਂ ਬਚਨ ਨਿਕਲ ਗਿਆ ਕਿ ਜਿਵੇਂ ਇਹ ਹਾਥੀ ਨੇ ਉਜਾੜਾ ਕੀਤਾ, ਤੂੰ ਵੀ ਹਾਥੀ ਬਣੇਗਾ। ਤੇਰੇ ਕਰਮ ਇੱਦਾਂ ਦੇ ਹੈ ਕਿ ਤੇਰੀ ਵੀ ਜੂਨ ਹਾਥੀ ਦੀ ਮਿਲਣੀ ਹੈ ਤੈਨੂੰ। ਕਹਿੰਦੇ ਜਦੋਂ ਇਹ ਬਚਨ ਹੋ ਗਿਆ ਅਤੇ ਉਹ ਰਾਜੇ ਦਾ ਭਰਾ ਸੀ ਇੱਕ ਹੋਰ, ਉਹ ਮਗਰ ਆਉਂਦਾ ਸੀ। ਜਦੋਂ ਉਹਨੂੰ ਪਤਾ ਲੱਗਿਆ ਵੀ ਰਿਸ਼ੀ ਨੇ ਸ਼ਰਾਪ ਦਿੱਤਾ ਅਤੇ ਰਾਜੇ ਜਿਹੜੇ ਹੁੰਦੇ ਆ ਇਹਨਾਂ ਨੂੰ ਆਪਣੀ ਮਾਇਆ ਦਾ ਹੰਕਾਰ ਹੁੰਦਾ ਕਿ ਸਾਡੇ ਵਰਗਾ ਕੌਣ ਹੈ। ਇਹ ਧਰਮ ਕਰਮ ਨੂੰ ਸਿਰਫ ਵਰਤਦੇ ਹੀ ਹੈ, ਸਮਝਦੇ ਨਹੀਂ, ਅਪਣਾਉਂਦੇ ਨਹੀਂ, ਛਾਲੋ ਕਰਦੇ ਆ। ਕਹਿੰਦੇ ਵੀ ਉਹ ਪਿੱਛੇ ਉਹ ਭਰਾ ਦੂਸਰਾ ਆਉਂਦਾ ਸੀ ਅਤੇ ਉੱਧਰ ਮਹਾਤਮਾ ਜਿਹੜੇ ਉਹ ਨਦੀ ਦੇ ਵਿੱਚ ਇਸ਼ਨਾਨ ਕਰਨ ਚਲੇ ਗਏ। ਜਦੋਂ ਇਸ਼ਨਾਨ ਕਰਨ ਚਲੇ ਗਏ ਅਤੇ ਇਹਨੇ ਕੀ ਕੀਤਾ, ਦੂਸਰੇ ਭਰਾ ਨੇ ਨਦੀ ਦੇ ਵਿੱਚ ਵੜ ਗਿਆ ਅਤੇ ਪਾਣੀ ਦੇ ਵਿੱਚ ਜਾ ਕੇ ਜਦੋਂ ਮਹਾਤਮਾ ਇਸ਼ਨਾਨ ਕਰ ਰਹੇ ਸੀ ਅਤੇ ਥੱਲੋਂ ਜਾ ਕੇ ਲੱਤ ਫੜ ਲਈ, ਖਿੱਚਣ ਲੱਗ ਪਿਆ। ਜਦੋਂ ਖਿੱਚਣ ਲੱਗ ਪਿਆ ਅਤੇ ਮਹਾਤਮਾ ਦੇ ਰਸਨਾ ਤੋਂ ਫਿਰ ਬਚਨ ਨਿਕਲ ਗਿਆ, ਗ੍ਰਾਹਗੀਰ ਗ੍ਰਾਹਗੀਰ, ਕਿ ਤੰਦੂਏ ਨੇ ਖਿੱਚ ਲਿਆ ਮੈਨੂੰ, ਤੰਦੂਏ ਨੇ ਖਿੱਚ ਲਿਆ। ਜਦੋਂ ਮਹਾਤਮਾ ਦੇ ਰਸਨਾ ਤੋਂ ਸੁਤੇ ਸਿੱਧ ਬਚਨ ਨਿਕਲਿਆ ਅਤੇ ਉਸ ਨੂੰ ਵੀ ਬਚਨ ਹੋ ਗਿਆ। ਉਹ ਬਾਹਰ ਨਿਕਲ ਕੇ ਕਹਿੰਦਾ ਵੀ ਮੈਂ ਤਾਂ ਰਾਜੇ ਦਾ ਭਰਾ ਸੀਗਾ, ਤੂੰ ਮੇਰੇ ਭਰਾ ਦਾ ਵਿਰੋਧ ਕੀਤਾ, ਉਹਨੂੰ ਤੂੰ ਬਚਨ ਕੀਤੇ, ਸ਼ਰਾਪ ਦਿੱਤਾ। ਅਤੇ ਮਹਾਤਮਾ ਕਹਿਣ ਲੱਗੇ ਵੀ ਹੁਣ ਇੱਥੇ ਤੈਨੂੰ ਵੀ ਹੋ ਗਿਆ, ਵੀ ਤੇਰੇ ਕਰਮ ਵੀ ਇੱਦਾਂ ਦੇ ਹੀ ਹੈ। ਕਹਿੰਦੇ ਫਿਰ ਇਹ ਦੋਹੇਂ ਭਰਾ ਸੀ ਨਾ ਜਿਹੜੇ, ਉਹ ਬਚਨਾਂ ਅਨੁਸਾਰ ਇਹਨਾਂ ਨੂੰ ਉਹ ਜੂਨਾਂ ਮਿਲੀਆਂ, ਇੱਕ ਨੂੰ ਹਾਥੀ ਦੀ, ਇੱਕ ਨੂੰ ਤੰਦੂਏ ਦੀ, ਉਸੇ ਪਾਣੀ ਦੇ ਅੰਦਰ। ਇੱਕ ਦਿਨ ਕਹਿੰਦੇ ਉਹ ਹਾਥੀ ਸੀ ਜਿਹੜਾ, ਉਹ ਪਾਣੀ ਪੀਣ ਵਾਸਤੇ ਉਹ ਨਦੀ ਦੇ ਵਿੱਚ ਗਿਆ ਅਤੇ ਉਹ ਦੂਸਰੇ ਭਰਾ ਨੇ ਕਹਿੰਦੇ ਵੀ ਉਹਦੇ ਫੜ ਲਿਆ, ਉਸ ਨੂੰ ਪੈਰ ਜਕੜ ਲਏ ਉਹਦੇ। ਜਦੋਂ ਪੈਰ ਜਕੜੇ ਗਏ, ਬਾਹਰ ਨਿਕਲਿਆ ਨਾ ਗਿਆ। ਕਾਫੀ ਦਿਨ ਲੰਘੇ, ਖਾਧਾ ਪੀਤਾ ਕੁਝ ਨਹੀਂ, ਅਤੇ ਹਾਥੀ ਜਿਹੜਾ ਕਮਜ਼ੋਰ ਹੋ ਗਿਆ। ਜਦੋਂ ਕਮਜ਼ੋਰ ਹੋ ਗਿਆ, ਸੱਤਿਆ ਅੰਦਰੋਂ ਜਾਣ ਲੱਗੀ, ਉਹਦਾ ਪ੍ਰਭਾਵ ਪੈ ਗਿਆ, ਉਹਦੇ ਵੱਸ ਹੋ ਗਿਆ। ਫਿਰ ਕਹਿੰਦੇ ਉਸ ਨੇ ਜਦੋਂ ਖਿੱਚਣਾ ਸ਼ੁਰੂ ਕੀਤਾ ਥੱਲੇ ਨੂੰ, ਉਸ ਸਮੇਂ ਕਹਿੰਦੇ ਫਿਰ ਉਸ ਨਦੀ ਦੇ ਵਿੱਚ ਤਰਦਾ ਹੋਇਆ ਇੱਕ ਫੁੱਲ ਆਉਂਦਾ ਕਮਲ ਦਾ। ਉਸ ਕਮਲ ਦੇ ਫੁੱਲ ਨੂੰ ਹਾਥੀ ਨੇ ਸੁੰਡ ਦੇ ਵਿੱਚ ਲੈ ਕੇ ਅਤੇ ਚਿੰਤਨ ਕੀਤਾ ਪਰਮਾਤਮਾ ਦਾ ਕਿ ਹੁਣ ਤਾਂ ਪਰਮਾਤਮਾ ਹੀ ਬਚਾ ਸਕਦਾ, ਪਰਮੇਸ਼ਰ ਹੀ ਹੁਣ ਤਾਂ ਰੱਖਿਆ ਕਰ ਸਕਦਾ। ਉਸ ਸਮੇਂ ਕਹਿੰਦੇ ਹਨ ਫਿਰ ਪ੍ਰਭੂ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਕਿ ਇਹਨੇ ਅੰਤਲੇ ਸਮੇਂ ਸ਼ਰਨ ਗ੍ਰਹਿਣ ਕੀਤੀ ਹੈ ਪਰਮਾਤਮਾ ਦੀ। ਕਹਿੰਦੇ ਉਹ ਤੰਦੂਏ ਦੀਆਂ ਤਾਰਾਂ ਕੱਟੀਆਂ, ਇਸ ਦੀ ਮੁਕਤੀ ਕੀਤੀ। ਇਸ ਪ੍ਰਕਾਰ ਇਹਦਾ ਕਲਿਆਣ ਹੋਇਆ। ਤਾਂ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਥਰ ਪਾਰ ਉਤਾਰੇ। ਉਹ ਪ੍ਰਭੂ ਪਰਮੇਸ਼ਰ ਦੀ ਐਸੀ ਸਮਰੱਥਾ ਹੈ, ਐਸੀ ਉਹਦੀ ਸ਼ਕਤੀ ਹੈ। ਉਹ ਜਿੱਥੇ ਜੀਵਾਂ ਨੂੰ ਤਾਰਦਾ, ਬੰਦਿਆਂ ਨੂੰ ਤਾਰਦਾ, ਉੱਥੇ ਉਹ ਪਸ਼ੂ ਪਰਿੰਦਿਆਂ ਨੂੰ ਵੀ ਤਾਰ ਜਾਂਦਾ। ਇਹ ਉਹਦੀਆਂ ਵਡਿਆਈਆਂ ਹਨ।
ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ ਕਿ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਕਿ ਜਦੋਂ ਉਸ ਨੇ ਸ਼ਰਨ ਗ੍ਰਹਿਣ ਕੀਤੀ ਪ੍ਰਭੂ ਪਰਮੇਸ਼ਰ ਦੀ, ਤੇ ਉਹ ਵੀ ਕਹਿੰਦੇ ਤੰਦੂਏ ਦੀਆਂ ਤਾਰਾਂ ਤੋਂ ਛੁੱਟ ਗਿਆ। ਇਸ ਕਰਕੇ ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ, ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤਿਹ ਟੂਟਾ। ਸਤਿਗੁਰੂ ਜੀ ਕਹਿੰਦੇ ਨਾਮ ਦੀ ਮਹਿਮਾ ਜਿਹੜੀ ਹੈ ਕਹਾ ਲਓ ਵਰਨੋ, ਕਿੱਥੋਂ ਕੁ ਤੱਕ ਵਰਣਨ ਕਰੀਏ। ਰਾਮ ਕਹਿਤ ਬੰਧਨ ਤਿਹ ਟੂਟਾ, ਉਸ ਨੇ ਰਾਮ ਦਾ ਉਚਾਰਨ ਕੀਤਾ, ਸਾਰੇ ਬੰਧਨ ਹੀ ਉਹਦੇ ਟੁੱਟ ਗਏ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਾਡਾ ਜਿਹੜਾ ਮਨ ਹੈ, ਮਨ ਵੀ ਹਾਥੀ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਕਿ ਮਨ ਇੱਕ ਹਾਥੀ ਹੈ, ਤੇ ਹਾਥੀ ਨੂੰ ਜਿਵੇਂ ਚਲਾਉਣ ਵਾਲੇ ਹੁੰਦੇ ਹੈ ਮਹਾਵਤ, ਉਹ ਹੈ ਕਹਿੰਦੇ ਗੁਰੂ। ਤੇ ਗੁਰੂ ਉਹ ਜਿਹੜੇ ਚਲਾਉਣ ਵਾਲੇ ਹਾਥੀ ਨੂੰ ਕਿਵੇਂ ਚਲਾਉਂਦੇ ਆ, ਉਹਨਾਂ ਦੇ ਕੋਲ ਇੱਕ ਕੁੰਡਾ ਹੁੰਦਾ, ਉਹ ਹਾਥੀ ਦੇ ਮੱਥੇ 'ਚ ਮਾਰਦੇ ਹੈ, ਜਿਹੜੀ ਨਾਜ਼ੁਕ ਜਗ੍ਹਾ ਹੁੰਦੀ ਹੈ ਉੱਥੋਂ ਹਾਥੀ ਵੱਸ 'ਚ ਆਉਂਦਾ। ਕਹਿੰਦੇ ਗਿਆਨ ਦਾ ਕੁੰਡਾ ਹੈ ਗੁਰੂ ਦੇ ਕੋਲੇ, ਤੇ ਉਹ ਗਿਆਨ ਦੇ ਕੁੰਡੇ ਦੇ ਨਾਲ ਗੁਰੂ ਕੀ ਕਰਦਾ, ਸਾਡੇ ਮਨ ਰੂਪੀ ਹਾਥੀ ਨੂੰ ਵੱਸ 'ਚ ਕਰਕੇ ਰੱਖਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਾ, ਤੇਰਾ ਮਨ ਹੈ ਨਾ ਜਿਹੜਾ ਸਾਡਾ, ਉਹ ਇੱਕ ਹਾਥੀ ਵਾਂਗੂ ਹੈ। ਜਿਵੇਂ ਹਾਥੀ ਬੜਾ ਬਲਵਾਨ ਹੁੰਦਾ, ਇੱਦਾਂ ਹੀ ਸਾਡਾ ਮਨ ਬਲਵਾਨ ਹੈ। ਔਗਣ ਕਰਨ ਦੇ ਵਿੱਚ, ਪੁੱਠੇ ਕੰਮ ਕਰਨ ਦੇ ਵਿੱਚ, ਵਿਕਾਰ ਭੋਗਣ ਦੇ ਵਿੱਚ ਬੜੀ ਸ਼ਕਤੀ ਹੈ ਮਨ ਦੇ ਅੰਦਰ, ਇੱਕ ਸਕਿੰਟ ਦੇ ਵਿੱਚ ਹੀ ਤਿਆਰ ਹੋ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਐਸੇ ਵਿਕਾਰੀ ਮਨ ਨੂੰ, ਐਸੇ ਮਜ਼ਬੂਤ ਮਨ ਨੂੰ ਗੁਰੂ ਦਾ ਗਿਆਨ ਜਿਹੜਾ ਨਾ ਉਹ ਰੋਕ ਕੇ ਰੱਖਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਹਿਮਾ ਨਾਮ ਕਹਾ ਲਓ ਵਰਨੋ। ਫਿਰ ਗੁਰੂ ਦਾ ਗਿਆਨ ਕੀ ਹੈ? ਨਾਮ ਜਪਣਾ। ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਕੀਰਤਨ ਸੁਣਨਾ, ਕਥਾ ਸੁਣਨੀ, ਪਾਠ ਕਰਨਾ, ਪਾਠ ਸੁਣਨਾ, ਇਹ ਸਭ ਸਾਧਨਾਂ ਦਾ ਮੁੱਖ ਪ੍ਰਯੋਜਨ ਇਹੀ ਹੈ ਕਿ ਮਨ ਨੂੰ ਰੋਕਣਾ, ਮਨ ਨੂੰ ਸਾਧਣਾ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਣ। ਮਨ ਦੀ ਜਿਹੜੀ ਚੰਚਲ ਬਿਰਤੀ ਹੈ ਉਸ ਨੂੰ ਕੰਟਰੋਲ ਕਰਨਾ, ਰੋਕਣਾ ਔਗਣਾ ਵੱਲੋਂ, ਇਹੀ ਸਾਧਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਦੀ ਮਹਿਮਾ ਜਿਹੜੀ ਕਿੱਥੋਂ ਕੁ ਤੱਕ ਵਰਣਨ ਕਰੀਏ। ਹੇ ਮਨਾ, ਤੂੰ ਵੀ ਰਾਮ ਦਾ ਉਚਾਰਨ ਕਰ, ਤੇਰੇ ਮਨ ਨੂੰ ਜਿਹੜੇ ਬੰਧਨ ਪਏ ਆ ਵਿਕਾਰਾਂ ਦੇ ਔਗਣਾਂ ਦੇ, ਇਹ ਵੀ ਟੁੱਟ ਜਾਣਗੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ ਕਿ ਇੱਕ ਅਜਾਮਲ ਪਾਪੀ ਜਗ ਜਾਣੇ, ਜਿਹਨੂੰ ਸਾਰਾ ਜਗਤ ਜਾਣਦਾ ਸੀ, ਨਿਮਖ ਮਾਹੇ ਨਿਸਤਾਰਾ, ਇੱਕ ਛਿਣ ਦੇ ਵਿੱਚ ਹੀ ਉਹਦਾ ਪਾਰ ਉਤਾਰਾ ਕਰ ਦਿੱਤਾ। ਇਹਦਾ ਵੀ ਪ੍ਰਸੰਗ ਆਉਂਦਾ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਆਪਣੀ ਭਗਤ ਮਾਲਾ ਦੇ ਅੰਦਰ। ਕਹਿੰਦੇ ਵੀ ਇਹ ਬੜਾ ਵਿਦਵਾਨ ਸੀ, ਪੰਡਤ, ਪੜ੍ਹਿਆ ਲਿਖਿਆ ਸੀ, ਸਾਰੇ ਸ਼ਾਸਤਰ ਇਸਨੇ ਪੜ੍ਹੇ, ਵੇਦ ਸ਼ਾਸਤਰਾਂ ਦਾ ਗਿਆਤਾ, ਤੇ ਰਾਜੇ ਦੀ ਸਭਾ ਦੇ ਵਿੱਚ ਕਥਾ ਕਰਦਾ ਸੀ, ਐਸਾ ਵਿਦਵਾਨ ਸੀ ਇਹ। ਤੇ ਇਹਦਾ ਜਿਹੜਾ ਗੁਰੂ ਸੀ, ਪੜ੍ਹਾਉਣ ਵਾਲਾ ਸੀ, ਉਹਨੇ ਇਸ ਨੂੰ ਕੁਝ ਨਿਯਮ ਦੱਸੇ ਸੀ, ਕੁਝ ਅਸੂਲ ਦੱਸੇ ਸੀ। ਅਸੂਲ ਉਸਨੇ ਕੀ ਦੱਸੇ ਸੀ ਵੀ ਇੱਕ ਤੇ ਤੂੰ ਸ਼ਹਿਰ ਦੇ ਵਿੱਚ ਜਿਹੜੇ ਕੋਈ ਬਾਜ਼ਾਰ ਹਨ ਉਹਨਾਂ ਦੇ ਵਿੱਚ ਦੀ ਨਹੀਂ ਲੰਘਣਾ, ਤੂੰ ਸ਼ਹਿਰ ਦੇ ਬਾਹਰ ਦੀ ਜਾਣਾ। ਦੂਸਰਾ ਵੀ ਰਾਜੇ ਦੇ ਦਰਬਾਰ ਦੇ ਅੰਦਰ ਜਦੋਂ ਕਥਾ ਕਰ ਹਟਿਆ ਉੱਥੇ ਰੁਕਣਾ ਨਹੀਂ। ਰਾਜਿਆਂ ਦੇ ਕਾਰਜ ਐਸੇ ਹੁੰਦੇ ਆ ਵੀ ਉਸੇ ਸਮੇਂ ਉੱਥੋਂ ਚਲੇ ਜਾਣਾ। ਇਹ ਉਸੇ ਤਰ੍ਹਾਂ ਕਰਦਾ ਰਿਹਾ, ਕੁਝ ਸਮਾਂ ਲੰਘਿਆ ਤੇ ਇੱਕ ਦਿਨ ਕੀ ਹੋਇਆ, ਕਹਿਣ ਲੱਗਿਆ ਵੀ ਨਹੀਂ ਆਪਾਂ ਲੰਘ ਕੇ ਜਾਂਦੇ ਹਾਂ, ਵੇਖ ਕੇ ਜਾਂਦੇ ਹਾਂ ਵੀ ਕਿਉਂ ਰੋਕਿਆ, ਕੀ ਹੈ ਐਸਾ। ਤੇ ਉਹ ਜਦੋਂ ਲੰਘਿਆ ਤੇ ਉਹ ਲੰਘਿਆ ਵੀ ਉਸ ਬਾਜ਼ਾਰ ਵਿੱਚ ਦੀ ਜਿੱਥੇ ਕਿਸੇ ਵੇਸਵਾ ਦਾ ਮਕਾਨ ਸੀ, ਉੱਧਰ ਦੀ ਲੰਘਿਆ। ਜਦੋਂ ਉੱਧਰ ਦੀ ਲੰਘਿਆ, ਵੇਖੇ ਰੰਗ ਤਮਾਸ਼ੇ, ਰੌਣਕਾਂ ਵੇਂਹਦਾ ਗਿਆ ਤੇ ਉਹ ਮਨ ਦੇ ਉੱਤੇ ਪ੍ਰਭਾਵ ਪੈ ਗਿਆ, ਮਨ ਦੀ ਬਿਰਤੀ ਬਦਲ ਗਈ। ਤੇ ਜਦੋਂ ਅਗਲੇ ਦਿਨ ਗਿਆ ਰਾਜੇ ਦੇ ਦਰਬਾਰ ਦੇ ਅੰਦਰ, ਤੇ ਉਹ ਜਿਹੜੀ ਵੇਸਵਾ ਨੂੰ ਵੇਖਿਆ ਸੀ ਉਹੀ ਉਹ ਰਾਜੇ ਦੇ ਦਰਬਾਰ ਦੇ ਅੰਦਰ ਜਦੋਂ ਕਥਾ ਕਰਕੇ ਹਟਿਆ ਤੇ ਉਹ ਗੁਰੂ ਨੇ ਆਖਿਆ ਸੀ ਵੀ ਰੁਕਣਾ ਨਹੀਂ। ਕਹਿੰਦਾ ਨਹੀਂ, ਅੱਜ ਰੁਕਦੇ ਹਾਂ ਥੋੜ੍ਹਾ ਸਮਾਂ।
ਦੇਖਦੇ ਹਾਂ। ਉਹ ਰਾਜੇ ਐਸੀ ਹੁੰਦੇ, ਉਹ ਕਥਾ ਹਟੀ, ਉਦੋਂ ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਨੇ ਵੇਸਵਾ ਦਾ ਨਾਚ ਗਾਣ ਸ਼ੁਰੂ ਕਰ ਦਿੱਤਾ। ਰਾਜਿਆਂ ਦੇ ਸ਼ੌਂਕ ਉਹ ਇਹ ਵੇਖਣਾ, ਅਤੇ ਇਹ ਵੇਖਣ ਲੱਗ ਪਿਆ। ਇਹਦੇ 'ਤੇ ਐਸਾ ਪ੍ਰਭਾਵ ਪਿਆ, ਫਿਰ ਪੂਰਾ ਹੀ ਉਹਦੇ ਅਧੀਨ ਹੋ ਗਿਆ। ਐਸਾ ਮਨ ਦੇ ਉੱਤੇ ਅਸਰ ਪੈ ਗਿਆ। ਕਹਿਣ ਲੱਗੇ ਐਸਾ ਅਸਰ ਪਿਆ, ਆਪਣਾ ਘਰ ਪਰਿਵਾਰ ਛੱਡ ਦਿੱਤਾ। ਇਸੇ ਪ੍ਰਕਾਰ ਉਹ ਵੇਸਵਾ ਦੇ ਨਾਲ ਇਸ ਨੇ ਵਿਆਹ ਕਰਾ ਲਿਆ। ਜਿਹੜੇ ਕੋਈ ਨਗਰ ਦੇ ਲੋਕ ਸੀ, ਸ਼ਹਿਰ ਦੇ, ਉਹਨਾਂ ਨੇ ਬਾਹਰ ਕੱਢ ਦਿੱਤਾ ਵੀ ਇਸ ਨੇ ਐਸਾ ਕਰਮ ਕੀਤਾ ਵੀ ਇਹ ਤਾਂ ਹੁਣ ਪਤਿਤ ਹੋ ਗਿਆ, ਭ੍ਰਿਸ਼ਟ ਹੋ ਗਿਆ, ਵੀ ਜੇ ਹੁਣ ਇਹਨੂੰ ਇੱਥੇ ਰੱਖਿਆ ਤਾਂ ਇਹਦਾ ਪ੍ਰਭਾਵ ਹੋਰ ਲੋਕਾਂ 'ਤੇ ਪੈਣਾ, ਹੋਰ ਲੋਕ ਵਿਗੜਨੇ। ਉਹਨਾਂ ਨੇ ਬਾਹਰ ਕੱਢ ਦਿੱਤਾ, ਜੰਗਲਾਂ 'ਚ ਚਲੇ ਗਿਆ। ਦੋਵੇਂ ਜੀ ਜੰਗਲਾਂ 'ਚ ਚਲੇ ਗਏ। ਹੁਣ ਜੰਗਲਾਂ ਦੇ ਅੰਦਰ ਖਾਣ ਪੀਣ ਨੂੰ ਕੁਝ ਨਹੀਂ, ਫਲ ਪੱਤੇ ਹੈ। ਫਿਰ ਇਸ ਨੇ ਕੀ ਕੀਤਾ, ਜਾਨਵਰ ਮਾਰਨੇ ਸ਼ੁਰੂ ਕਰ ਦਿੱਤੇ। ਤਰ੍ਹਾਂ ਤਰ੍ਹਾਂ ਦੇ ਜਾਨਵਰ ਰੋਜ਼ ਮਾਰਨੇ, ਮਾਸ ਉਹਨਾਂ ਦਾ ਭੁੰਨਣਾ, ਖਾਣਾ, ਪਾਪ ਹੋਰ ਵੱਧ ਗਏ। ਕਹਿੰਦੇ ਵੇਸਵਾ ਦੀ ਕੁੱਖ ਤੋਂ ਇਸ ਦੇ 6 ਪੁੱਤਰ ਹੋਏ ਅਤੇ ਬੜਾ ਇਹ ਜਗੜਿਆ ਗਿਆ। ਹੁਣ ਵਿਦਵਾਨ ਵੀ ਸੀ, ਪੜ੍ਹਿਆ ਲਿਖਿਆ ਵੀ ਸੀ। ਉਹ ਥੋੜ੍ਹੇ ਸਮੇਂ ਦੇ ਸੁੱਖ ਨੇ ਐਸਾ ਚੱਕਰ 'ਚ ਪਾਇਆ ਅਤੇ ਹੁਣ ਪਛਤਾਉਂਦਾ, ਕਿਉਂਕਿ ਸਮਝ ਸੀ ਇਸ ਨੂੰ। ਅਤੇ ਮਨੁੱਖ ਨੂੰ ਜਦੋਂ ਵਿਕਾਰ ਹਾਵੀ ਹੋ ਜਾਏ ਅਤੇ ਜਦੋਂ ਬਿਰਤੀ ਉੱਦਾਂ ਦੀ ਬਣ ਜਾਏ ਅਤੇ ਫਿਰ ਪੜਦਾ ਪੈ ਜਾਂਦਾ। ਅਤੇ ਬਾਅਦ ਦੇ ਵਿੱਚ ਇਹਨੂੰ ਜਦੋਂ ਸਮਝ ਆਈ, ਫਿਰ ਇਹਦੇ ਵੀ ਕਹਿੰਦੇ ਘਰ ਦੇ ਅੰਦਰ ਜੰਗਲਾਂ ਦੇ ਵਿੱਚ ਕੋਈ ਮਹਾਤਮਾ ਲੰਘੇ ਅਤੇ ਉਹ ਮਹਾਤਮਾ ਇਹਦੇ ਘਰ ਦੇ ਵਿੱਚ ਰੁਕੇ ਅਤੇ ਉਹਨਾਂ ਦੇ ਅੱਗੇ ਇਹਨੇ ਸਾਰੀ ਆਪਣੀ ਕਹਾਣੀ ਜਿਹੜੀ ਸੁਣਾਈ। ਬੜਾ ਰੋਇਆ ਏ, ਦੁਖੀ ਹੋਇਆ। ਅਤੇ ਮਹਾਤਮਾ ਦਿਆਲੂ ਹੁੰਦੇ, ਉਹਨਾਂ ਨੇ ਕਿਹਾ ਵੀ ਤੈਨੂੰ ਜੁਗਤੀ ਦੱਸ ਦਿੰਦੇ ਹਾਂ ਵੀ ਤੂੰ ਠੀਕ ਹੈ, ਪੜ੍ਹਿਆ ਲਿਖਿਆ, ਵੇਦ ਸ਼ਾਸਤਰ ਤੂੰ ਪੜ੍ਹੇ, ਪਰ ਤੂੰ ਇਕੱਲੇ ਪੜ੍ਹੇ ਹੀ ਪੜ੍ਹੇ ਹੈ, ਉਹਨਾਂ ਦੀ ਕਮਾਈ ਨਹੀਂ ਕੀਤੀ, ਜਿਹਦੇ ਕਰਕੇ ਤੇਰੇ ਮਨ ਦੀ ਕੋਈ ਸਾਧਨਾ ਨਹੀਂ ਹੋਈ। ਕੇਵਲ ਤੂੰ ਪੜ੍ਹਿਆ ਹੀ ਹੈ ਅਤੇ ਉਹਨੂੰ ਕਮਾਇਆ ਨਹੀਂ, ਆਪਣੇ ਜੀਵਨ ਦੇ ਅੰਦਰ ਮਨ 'ਤੇ ਲਾਗੂ ਨਹੀਂ ਕੀਤੀਆਂ ਉਹ ਚੀਜ਼ਾਂ, ਜਿਹਦੇ ਕਰਕੇ ਤੇਰੇ 'ਤੇ ਇਹ ਅਸਰ ਪਿਆ। ਵੀ ਤੈਨੂੰ ਹੁਣ ਜੁਗਤੀ ਦੱਸ ਦਿੰਦੇ ਹੈ। ਕਹਿਣ ਲੱਗਿਆ ਦੱਸੋ। ਅਤੇ ਮਹਾਤਮਾ ਕਹਿੰਦੇ ਵੀ ਤੇਰੇ ਘਰ ਦੇ ਵਿੱਚ ਹੋਰ ਕੋਈ ਬੱਚਾ, ਕਹਿੰਦਾ ਜੀ ਹੋਣ ਵਾਲਾ। ਕਹਿਣ ਲੱਗੇ ਫਿਰ ਉਹਦਾ ਨਾਮ ਜਦੋਂ ਤੂੰ ਰੱਖਣਾ, ਉਹ ਨਰਾਇਣ ਰੱਖਣਾ। ਉਹਦਾ ਨਾਮ ਤੂੰ ਨਾਰਾਇਣ ਕਰਕੇ ਰੱਖੀ, ਅਤੇ ਨਰਾਇਣ ਪਰਮੇਸ਼ਰ ਦਾ ਨਾਮ ਹੈ। ਅਤੇ ਤੂੰ ਹਰ ਸਮੇਂ ਜਦੋਂ ਉਹਨੂੰ ਮੋਹ ਦੇ ਵੱਸ ਹੋਇਆ, ਜਿਹੜਾ ਮਨੁੱਖ ਹੁੰਦਾ ਉਹ ਆਪਣੇ ਧੀਆਂ ਪੁੱਤਰਾਂ ਨੂੰ ਯਾਦ ਕਰਦਾ, ਵਾਰੀ ਵਾਰੀ ਨਾਮ ਲੈਂਦਾ, ਕਿਉਂਕਿ ਮੋਹ ਹੁੰਦਾ। ਫਿਰ ਕਹਿੰਦੇ ਸਮਾਂ ਪਾ ਕੇ ਜਦੋਂ ਇਹਦੇ ਘਰ ਦੇ ਵਿੱਚ ਉਹ ਪੁੱਤਰ ਹੋਇਆ, ਨਾਮ ਰੱਖਿਆ ਨਰਾਇਣ, ਅਤੇ ਫਿਰ ਉਹਨੂੰ ਆਵਾਜ਼ਾਂ ਮਾਰਦਾ। ਪਰ ਉਹ ਜਦੋਂ ਨਰਾਇਣ ਕਹਿੰਦਾ ਅਤੇ ਪਰਮੇਸ਼ਰ ਚੇਤੇ ਆਉਂਦਾ, ਪਰਮਾਤਮਾ ਚੇਤੇ ਆਉਂਦਾ, ਕਿਉਂਕਿ ਪੜ੍ਹਿਆ ਲਿਖਿਆ ਸੀ ਵੀ ਇਹ ਨਾਮ ਤੇ ਪਰਮੇਸ਼ਰ ਦਾ। ਇਸੇ ਕਰਕੇ ਸਾਡੇ ਪੁਰਾਣੇ ਜਿਹੜੇ ਕੋਈ ਗੁਰੂ ਕੇ ਸਿੱਖ ਹੋਏ, ਉਹ ਜਦੋਂ ਨਾਮ ਰੱਖਦੇ ਅਤੇ ਗੁਰੂ ਘਰਾਂ ਦੀ ਮਰਿਆਦਾ ਹੈ ਕਿ ਗੁਰੂ ਘਰਾਂ ਦੇ ਅੰਦਰ ਅਰਦਾਸ ਕਰਾ ਕੇ ਗ੍ਰੰਥੀ ਸਿੰਘ ਤੋਂ ਹੁਕਮਨਾਮਾ ਸੁਣ ਕੇ ਫਿਰ ਉਹ ਹੁਕਮਨਾਮੇ ਦੇ ਅੱਖਰ ਤੋਂ ਪਹਿਲੇ ਤੋਂ ਨਾਮ ਰੱਖਣਾ, ਅਤੇ ਨਾਮ ਵੀ ਫਿਰ ਗੁਰਮਤਿ ਵਾਲਾ ਰੱਖਣਾ ਵੀ ਜਿਸ ਨਾਮ ਨੂੰ ਲੈ ਕੇ ਗੁਰੂ ਚੇਤੇ ਆਵੇ, ਰੱਬ ਚੇਤੇ ਆਵੇ। ਇਹ ਇੱਕ ਜੁਗਤੀ ਹੈ, ਇੱਕ ਢੰਗ ਹੈ ਪਰਮੇਸ਼ਰ ਦੀ ਅਰਾਧਨਾ, ਕਿਉਂਕਿ ਮਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਅੰਦਰ ਸੰਸਕਾਰ ਪਾਉਣਾ ਹੈ ਭਗਤੀ ਦਾ। ਮਨ ਨੂੰ ਕਿਸੇ ਨਾ ਢੰਗ ਦੇ ਨਾਲ ਇੱਧਰਲੇ ਪਾਸੇ ਲਿਆਉਣਾ ਹੈ। ਅਤੇ ਜਦੋਂ ਇਹ ਮਨ ਇੱਧਰ ਆਉਣ ਲੱਗ ਪਿਆ, ਇੱਧਰ ਜੁੜਨ ਲੱਗ ਪਿਆ, ਫਿਰ ਸਤਿਗੁਰੂ ਜੀ ਕਹਿੰਦੇ ਹੌਲੀ ਹੌਲੀ ਇਹ ਨਾਮ ਜਪਣ ਦਾ ਇਹਦਾ ਸੁਭਾਅ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਵੇਂ ਫਿਰ ਇਸ ਨੇ ਨਰਾਇਣ ਨਰਾਇਣ ਜਪਣਾ ਸ਼ੁਰੂ ਕੀਤਾ। ਜਦੋਂ ਅੰਤਲਾ ਸਮਾਂ ਆਇਆ ਅਤੇ ਅੰਤਲੇ ਸਮੇਂ ਵੀ ਇਹਦੀ ਰਸਨਾ 'ਤੇ ਪਰਮੇਸ਼ਰ ਦਾ ਨਾਮ ਸਵਾਸ ਨਿਕਲਣ ਲੱਗੇ, ਅਤੇ ਉਦੋਂ ਵੀ ਪਰਮੇਸ਼ਰ ਦਾ ਨਾਮ, ਫਿਰ ਕਹਿੰਦੇ ਉਹ ਨਾਮ ਦੁਆਰਾ ਹੀ ਇਹਦਾ ਕਲਿਆਣ ਹੋਇਆ। ਸਤਿਗੁਰਾਂ ਦੀ ਪਾਵਨ ਬਾਣੀ ਅੰਦਰ ਬਚਨ ਆਉਂਦੇ ਹਨ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪੀਤੰਬਰ ਵਾ ਕੇ ਹਿਰਦੈ ਬਸੈ।
ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤੇ ਕਿ ਅੰਤਲੇ ਸਮੇਂ ਇਹਦੀ ਰਸਨਾ ਤੇ ਪਰਮੇਸ਼ਰ ਦਾ ਨਾਮ ਸੀ, ਜਿਸ ਕਰਕੇ ਇਹਦਾ ਉਧਾਰ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਕਿੱਡਾ ਵੱਡਾ ਪਾਪੀ ਸੀ, ਲੋਕ ਕਹਿੰਦੇ ਸੀ ਇਹ ਪਤਿਤ ਹੋ ਗਿਆ, ਇਹ ਹੁਣ ਸੁਧਰ ਨਹੀਂ ਸਕਦਾ। ਇੱਕ ਨਿਮਖ ਦੇ ਵਿੱਚ ਹੀ ਉਹਦਾ ਪਾਰ ਉਤਾਰਾ ਕਰ ਦਿੱਤਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਸਤਿਗੁਰੂ ਜੀ ਕਹਿੰਦੇ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਹੇ ਮਨਾ ਚੇਤ ਚਿੰਤਾ ਮਨ, ਜੋ ਸਾਰੀਆਂ ਚਿੰਤਾ ਦਾ ਖਤਮ ਕਰਨ ਵਾਲਾ ਇੱਕ ਚਿੰਤਾਮਣੀ ਪੱਥਰ ਮੰਨਿਆ, ਇੱਕ ਮਣੀ ਮੰਨੀ ਹੈ ਚਿੰਤਾਮਣੀ ਕਹਿੰਦੇ ਜਿਸ ਨੂੰ, ਵੀ ਉਹ ਜਿਹਦੇ ਕੋਲੇ ਹੋਵੇ ਉਹ ਜੋ ਚਿੰਤਨ ਕਰੇ ਨਾ ਉਹੀ ਉਹਨੂੰ ਮਿਲ ਜਾਂਦਾ, ਉਹਨੂੰ ਚਿੰਤਾਮਣੀ ਕਹਿੰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਉਹ ਸਭ ਤੋਂ ਵੱਡੀ ਚਿੰਤਾਮਣੀ ਹੈ। ਇਸ ਕਰਕੇ ਉਸ ਨੂੰ ਚੇਤੇ ਕਰ ਉਸ ਨਾਮ ਨੂੰ। ਜੇ ਤੂੰ ਨਾਮ ਦਾ ਚਿੰਤਨ ਕਰੇਗਾ ਤੇ ਜਿਵੇਂ ਗਨਕਾ ਤਰ ਗਈ ਹੈ, ਧਰੂਵ ਨੇ ਰਾਜ ਪਾ ਲਿਆ, ਇਸੇ ਪ੍ਰਕਾਰ ਇੱਕ ਹਾਥੀ ਦੀ ਮੁਕਤੀ ਹੋ ਗਈ, ਅਜਾਮਲ ਪਾਪੀ ਤਰ ਗਿਆ, ਤੈਂ ਭੀ ਉਤਰਹਿ ਪਾਰਾ। ਤੂੰ ਵੀ ਸੰਸਾਰ ਤੋਂ ਤਰ ਸਕਦਾ। ਜੇ ਤੂੰ ਗੁਨਾਹ ਕੀਤੇ ਆ, ਉਗਣ ਕੀਤੇ ਆ, ਵਿਕਾਰ ਕੀਤੇ ਆ, ਪਾਪ ਕੀਤੇ ਆ, ਤੇ ਤੂੰ ਆਪਣੇ ਮਨ ਦੇ ਅੰਦਰ ਉਹਨਾਂ ਦਾ ਪਛਤਾਵਾ ਕਰਕੇ, ਉਹਨਾਂ ਦੀਆਂ ਗਲਤੀਆਂ ਨੂੰ ਮੰਨ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਦੇ, ਤੇ ਤੇਰਾ ਵੀ ਪਾਰ ਉਤਾਰਾ ਹੋ ਸਕਦਾ। ਕਿਉਂਕਿ ਉਹ ਪਰਮੇਸ਼ਰ ਹੈ ਹੀ ਪਤਿਤ ਪਾਵਨ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿਹੜਾ ਵੀ ਉਹਦਾ ਨਾਮ ਜਪੇ ਉਹਦੀ ਉਹ ਮੁਕਤੀ ਕਰਦਾ ਹੀ ਕਰਦਾ। ਪਰ ਗੱਲ ਇਹ ਹੈ ਵੀ ਉਹਦੀ ਭਾਵਨਾ ਸ਼ੁੱਧ ਹੋਵੇ, ਉਹਦੇ ਸ਼ਰਧਾ ਵਿਸ਼ਵਾਸ ਤੇ ਭਰੋਸਾ ਹੋਵੇ, ਛਲ ਕਪਟ ਨਾ ਹੋਵੇ। ਛਲ ਕਪਟ ਤੋਂ ਰਹਿਤ ਹੋ ਕੇ ਜਦੋਂ ਕਿ ਆਪਣੀਆਂ ਚਤਰਾਈਆਂ ਸਿਆਣਪਾਂ ਛੱਡ ਕੇ ਫਿਰ ਪਰਮੇਸ਼ਰ ਦੀ ਭਗਤੀ ਕਰਦਾ, ਪਰਮੇਸ਼ਰ 'ਤੇ ਭਰੋਸਾ ਰੱਖਦਾ, ਗੁਰੂ 'ਤੇ ਭਰੋਸਾ ਰੱਖਦਾ ਅਤੇ ਨਾਮ ਨੂੰ ਜਪਦਾ, ਫਿਰ ਸਤਿਗੁਰੂ ਜੀ ਕਹਿੰਦੇ ਤੂੰ ਵੀ ਮਨਾ ਇਸ ਸੰਸਾਰ ਤੋਂ ਪਾਰ ਹੋ ਸਕਦਾ। ਇਸ ਪ੍ਰਕਾਰ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਇਹ ਸਾਰੀਆਂ ਉਦਾਹਰਣਾਂ ਦੇ ਕੇ ਸਤਿਗੁਰਾਂ ਨੇ ਸਾਨੂੰ ਇੱਕੋ ਗੱਲ ਦ੍ਰਿੜ ਕਰਵਾਈ ਹੈ ਕਿ ਹੇ ਮਨਾ ਪ੍ਰਭ ਕੀ ਸ਼ਰਨ ਵਿਚਾਰੋ। ਪ੍ਰਭੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਤੂੰ ਆ ਜਾ। ਜੇ ਤੂੰ ਇਹ ਸੰਸਾਰ ਦੇ ਔਗਣਾਂ ਤੋਂ ਬਚਣਾ ਚਾਹੁੰਦਾ, ਜੇ ਤੂੰ, ਕਿਉਂਕਿ ਇਹ ਵੀ ਇੱਕ ਅਵਸਥਾ ਹੁੰਦੀ ਹੈ ਜਿਸ ਨੂੰ ਸ਼ੁਭ ਇੱਛਾ ਕਹਿੰਦੇ ਆ। ਜਦੋਂ ਸਾਡੇ ਮਨ ਦੇ ਅੰਦਰ ਇਹ ਗੱਲ ਵਾਰ-ਵਾਰ ਆਉਣ ਲੱਗ ਜੇ ਵੀ ਮੈਂ ਇਹ ਕੰਮ ਛੱਡਣੇ ਹੈ, ਮੈਂ ਔਗਣ ਛੱਡਣੇ ਹੈ, ਮੈਂ ਵਿਕਾਰ ਛੱਡਣੇ ਹੈ, ਮੈਂ ਗੁਰੂ ਵਾਲਾ ਬਣਨਾ, ਮੈਂ ਨਾਮ ਜਪਿਆ ਕਰਨਾ, ਬਾਣੀ ਪੜ੍ਹਨੀ ਹੈ, ਇਹ ਸ਼ੁਭ ਇੱਛਾ ਇਸ ਨੂੰ ਵਿਦਵਾਨਾਂ ਨੇ ਦੱਸਿਆ ਗਿਆਨ ਦੀਆਂ 7 ਭੂਮਿਕਾ ਦੇ ਵਿੱਚੋਂ ਸਭ ਤੋਂ ਪਹਿਲੀ ਭੂਮਿਕਾ ਇਹ ਹੁੰਦੀ ਹੈ ਸ਼ੁਭ ਇੱਛਾ, ਕਿ ਜਦੋਂ ਇਹ ਪੈਦਾ ਹੋ ਜਾਂਦੀ ਹੈ ਫਿਰ ਸ਼ੁਭ ਇੱਛਾ ਸ਼ੁਭ ਵਿਚਾਰਨਾ, ਫਿਰ ਇਹਦੀਆਂ ਵਿਚਾਰਾਂ ਸ਼ੁਭ ਹੋਣ ਲੱਗ ਜਾਂਦੀਆਂ। ਫਿਰ ਜਿੱਥੇ ਬਹਿੰਦਾ ਗੱਲ ਚੰਗੀ ਕਰਦਾ, ਵਿਚਾਰ ਵਾਲੀ ਕਰਦਾ, ਵਿਚਾਰ ਵਾਲਿਆਂ ਦੇ ਪਾਸ ਬਹਿੰਦਾ, ਉਹਨਾਂ ਦੀਆਂ ਗੱਲਾਂ ਸੁਣਦਾ, ਉਹਨਾਂ ਫਿਰ ਉਹ ਵਿਚਾਰ ਵਾਲੀਆਂ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਗ੍ਰਹਿਣ ਕਰਨ ਲੱਗ ਜਾਂਦਾ। ਫਿਰ ਸਤਿਗੁਰੂ ਜੀ ਕਹਿੰਦੇ ਇਹ ਦੂਸਰੀ ਅਵਸਥਾ ਜਿਹੜੀ ਹੈ, ਫਿਰ ਇਹਦੇ ਤੋਂ ਬਾਅਦ ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾ, ਫਿਰ ਤੀਸਰੀ ਅਵਸਥਾ ਤਨੂ ਮਾਨਸਾ। ਉਸ ਦੇ ਅੰਦਰ ਕੀ ਹੁੰਦਾ ਵੀ ਉਹ ਜਿਹੜੇ ਮਨ ਦੇ ਔਗਣ ਹੁੰਦੇ ਆ ਨਾ ਉਹ ਕਮਜ਼ੋਰ ਹੋਣ ਲੱਗ ਜਾਂਦੇ ਆ। ਮਨ ਜਿਸ ਵਿਕਾਰ ਵੱਲ ਭੱਜ ਕੇ ਜਾਂਦਾ ਸੀ, ਕਾਮ ਵੱਲ, ਲੋਭ ਵੱਲ, ਮੋਹ ਵੱਲ, ਆਪਣੀ ਵਡਿਆਈ ਵੱਲ ਭੱਜ ਕੇ ਜਾਂਦਾ ਸੀ, ਉੱਧਰੋਂ ਮੁੜਨਾ ਸ਼ੁਰੂ ਹੋ ਜਾਂਦਾ। ਉਹ ਫਿੱਕੇ ਜਿਹੇ ਲੱਗਣ ਲੱਗ ਜਾਂਦੇ ਆ ਵੀ ਇਹਨਾਂ 'ਚ ਕੀ ਹੈ, ਕੁੱਖ ਨਹੀਂ ਇਹਨਾਂ ਦੇ ਅੰਦਰ, ਫਿੱਕੇ ਲੱਗਣ ਲੱਗ ਜਾਂਦੇ ਆ। ਫਿਰ ਕੀ ਕਹਿੰਦੇ ਆ ਤਨੂ ਮਾਨਸਾ, ਫਿਰ ਅਸੰਸਕਤ, ਫਿਰ ਜਿਹੜੇ ਇਹ ਵਿਕਾਰ ਔਗਣ ਹਨ ਇਹਨਾਂ ਦੇ ਵੱਲੋਂ ਐਸਾ ਫਿੱਕਾ ਪੈਂਦਾ ਮਨ, ਫਿਰ ਪੂਰਾ ਮਜ਼ਬੂਤ ਹੋ ਜਾਂਦਾ, ਫਿਰ ਇੱਧਰੋਂ ਰੁਕਣੋਂ ਹਟ ਜਾਂਦਾ, ਇੱਧਰ ਜਾਂਦਾ ਨਹੀਂ ਮਨ। ਫਿਰ ਅਸੰਸਕਤ ਪਦਾਰਥਾ ਭਾਵਨੀ, ਫਿਰ ਅਗਲੀ ਅਵਸਥਾ ਪਦਾਰਥਾ ਭਾਵਨੀ, ਕਿ ਜਿੰਨੇ ਪਦਾਰਥ ਹਨ ਉਹਨਾਂ ਦੇ ਵਿੱਚ ਅਭਾਵ ਬਿਰਤੀ ਆ ਜਾਣੀ, ਉਹਨਾਂ ਦਾ ਅਭਾਵ ਕਰ ਦੇਣਾ, ਉਹਨਾਂ ਦੇ ਵਿੱਚੋਂ ਨਾਤਾ ਟੁੱਟ ਜਾਣਾ ਮਨ ਦਾ। ਉਹ ਔਗਣਾਂ ਨੂੰ ਭੋਗਣ ਵੱਲੋਂ ਮਨ ਜਿਹੜਾ ਪੂਰਨ ਤੌਰ 'ਤੇ, ਕਿ ਮਨ ਦੇ ਅੰਦਰ ਫੁਰਨਾ ਹੀ ਨਾ ਆਉਣਾ,
ਫਿਰ ਸਤਿਗੁਰੂ ਜੀ ਅੱਗੇ ਧਾਰਮਿਕ ਵਿਦਵਾਨਾਂ ਨੇ ਲਿਖਿਆ ਤੁਰੀਆ ਅਵਸਥਾ, ਜਿਹੜੀ ਅਖੀਰਲੀ ਤੁਰੀਆ ਅਵਸਥਾ ਕਿ ਮਨ ਜਿਹੜਾ ਉਹ ਪੂਰਨ ਤੌਰ 'ਤੇ ਨਾਮ ਦੇ ਵਿੱਚ ਲੀਨ ਹੋ ਜਾਂਦਾ। ਇਸ ਪ੍ਰਕਾਰ ਸਤਿਗੁਰਾਂ ਨੇ ਇਹਨਾਂ ਸ਼ਬਦਾਂ ਰਾਹੀਂ, ਉਦਾਹਰਨਾਂ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਇਹ ਸਭ ਕੁਝ ਪ੍ਰਭੂ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਹੁੰਦਾ।